वाहिगुरु जी का खालसा वाहिगुरु जी की फतेह। अज दे कैंप विच आप सब का स्वागत है जी। और अज दी कैंप की आरंभता आप जाप सेवा तो शुरू करन जा रहे हैं। और जाप की सेवा अज बेटी गुरसीरत कौर जिन्हां दा EPP नंबर 15331 है, उन्होंने बेनती है कि वो जाप की सेवा शुरू कर दें जी। वाहिगुरु जी का खालसा वाहिगुरु जी की फतेह। ओंकार सतनाम करता पुरख निर्भौ निर्वैर अकाल मूरत अजूनी सैभं गुर प्रसाद इक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद इक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद इक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद इक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहेगुरु जी का खालसा वाहिगुरु जी की फतेह। बहुत वधिया बेटा जी। पर एक गल का ध्यान आपने रखना है, एक ओंकार नहीं बोलना बेटा जी, आपने बोलना है एक ओंकार। बहुत वधिया बेटा जी। और इस तो बाद कीर्तन की सेवा अज सुखमनप्रीत कौर जोन रोपड़ तो जिन्हों का EPP नंबर 11165 है जी, वो कीर्तन की आरंभता कर दें जी। सुखमनप्रीत कौर, हाँ जी बेटा जी।
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਅੱਜ ਕੀਰਤਨ ਦੀ ਸੇਵਾ ਨਿਭਾਈ ਬੇਟੀ ਸੁਖਮਨਪ੍ਰੀਤ ਕੌਰ ਰੋਪੜ ਜ਼ੋਨ ਤੋਂ। ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਬਹੁਤ ਬਹੁਤ ਧੰਨਵਾਦ ਬੇਟਾ ਜੀ। ਅੱਜ ਦੇ ਪਹਿਲੇ ਸੈਸ਼ਨ ਦੇ ਜਿਹੜੇ ਬੁਲਾਰੇ ਆ ਉਹ ਸਾਡੇ ਕੋਲੇ ਪਹੁੰਚ ਚੁੱਕੇ ਆ ਜੀ, ਔਰ ਜਿਨ੍ਹਾਂ ਦਾ ਨਾਮ ਹੈ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ, ਤੇ ਉਹਨਾਂ ਦਾ ਅੱਜ ਦਾ ਵਿਸ਼ਾ ਹੈ ਵਾਦ ਵਿਵਾਦ ਕਾਹੂ ਸਿਓ ਨਾ ਕੀਜੈ। ਜੀ ਉਹ ਜੁੜ ਚੁੱਕੇ ਆ ਜੀ, ਉਹਨਾਂ ਨੂੰ ਸਪੋਰਟ ਕਰ ਲਿਆ ਜਾਵੇ ਜੀ। ਉਹ ਆਪਣਾ ਪਹਿਲਾ ਸੈਸ਼ਨ ਸ਼ੁਰੂ ਕਰ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿੰਨੇ ਵੀ ਵੀਰ ਭੈਣਾਂ ਬੱਚੇ ਜ਼ੂਮ ਐਪ ਦੇ ਮਾਧਿਅਮ ਰਾਹੀਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਜੁੜ ਬੈਠੇ ਹਨ, ਸਭ ਵੀਰਾਂ ਭੈਣਾਂ ਬੱਚਿਆਂ ਨੂੰ ਮੈਂ ਆਪਣੇ ਵੱਲੋਂ ਫਤਿਹ ਅਰਜ ਕਰਦਾ ਹਾਂ, ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਵਿਸ਼ਾ ਹੈ ਵਾਦ ਵਿਵਾਦ ਕਾਹੂ ਸਿਓ ਨਾ ਕੀਜੈ। ਵਾਦ ਵਿਵਾਦ ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ ਝਗੜਾ, ਬਹਿਸ। ਆਪਾਂ ਸਾਰੇ ਜਾਣਦੇ ਹਾਂ ਕਿ ਜਿੱਥੇ ਇਸ ਆਪਣੇ ਸਮਾਜ ਵਿੱਚ ਬਹੁਤ ਕੁਝ ਚੰਗਾ ਹੈ, ਉੱਥੇ ਨਾਲ ਨਾਲ ਆਪਣੇ ਆਲੇ ਦੁਆਲੇ ਧਿਆਨ ਮਾਰਿਆ ਇਹ ਗੱਲ ਦਾ ਪਤਾ ਲੱਗ ਜਾਂਦਾ ਕਿ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਸਮਾਜ ਲਈ, ਸਾਡੇ ਲਈ, ਸਾਡੇ ਪਰਿਵਾਰ ਲਈ, ਆਲੇ ਦੁਆਲੇ ਲਈ ਬਹੁਤ ਮਾਰੂ ਨੇ। ਪਰ ਕਿਉਂਕਿ ਸਮਾਜ ਚੱਲ ਰਿਹਾ ਹੈ ਤੇ ਚੱਲ ਰਿਹਾ ਇਸ ਸਮਾਜ ਦੇ ਵਿੱਚ ਕੁਦਰਤੀ ਤੌਰ ਤੇ ਹਰ ਤਰ੍ਹਾਂ ਦਾ ਸਿਲਸਿਲਾ ਜਿਹੜਾ ਹੈ ਉਹ ਬਰਕਰਾਰ ਰਹਿੰਦਾ ਹੈ। ਜਿਵੇਂ ਜੇ ਸੱਚ ਹੈ ਤੇ ਝੂਠ ਵੀ ਆਪਣਾ ਥਾਂ ਬਣਾ ਕੇ ਰੱਖਦਾ ਹੈ। ਦਿਨ ਹੈ ਤਾਂ ਰਾਤ ਨੂੰ ਰੋਕਿਆ ਨਹੀਂ ਜਾ ਸਕਦਾ। ਚੰਗਾ ਹੈ, ਮਾੜਾ ਵੀ ਹੈ, ਭਲਾ ਹੈ, ਬੁਰਾ ਵੀ ਹੈ। ਜੇ ਫੁੱਲ ਹਨ ਤਾਂ ਕੰਡੇ ਵੀ ਹਨ। ਇਦਾਂ ਹੀ ਸਾਡੇ ਸਮਾਜ ਵਿੱਚ ਜਿੱਥੇ ਅਸੀਂ ਸਾਰੇ ਲੋਕ ਰਹਿੰਦੇ ਹਾਂ, ਇੱਥੇ ਨਿੰਦਿਆ, ਉਸਤਤ, ਝੂਠ, ਬੇਈਮਾਨੀ, ਠੱਗੀ, ਚੋਰੀ, ਇਹ ਸਾਰੇ ਔਗਣ ਜਿਹੜੇ ਆ ਉਹ ਸਾਡੇ ਆਲੇ ਦੁਆਲੇ ਸਮਾਜ ਵਿੱਚ ਕਿਤੇ ਨਾ ਕਿਤੇ ਸਾਨੂੰ ਦਿਖਾਈ ਦਿੰਦੇ ਆ। ਹੁਣ ਜਿਵੇਂ ਆਪਾਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਜੇ ਕਿਸੇ ਪੌਦੇ ਦੇ ਉੱਤੇ, ਕਿਸੇ ਬੂਟੇ ਦੇ ਉੱਤੇ ਫੁੱਲ ਖਿੜੇ ਆ ਤਾਂ ਸਾਰੇ ਲੋਕ ਉਸ ਫੁੱਲ ਦੇ ਵੱਲ ਖਿੱਚੇ ਜਾਂਦੇ ਨੇ, ਸਾਰੇ ਲੋਕ ਉਸ ਫੁੱਲ ਨੂੰ ਵੇਖਦੇ ਨੇ, ਫੁੱਲ ਨੂੰ
ਤੋੜਨਾ ਚਾਹੁੰਦੇ ਨੇ, ਉਹਦੀ ਸੁਗੰਧੀ ਮਾਣਨਾ ਚਾਹੁੰਦੇ ਨੇ। ਕੋਈ ਵੀ ਵਿਅਕਤੀ ਕੰਡੇ ਨਹੀਂ ਤੋੜਨੇ ਚਾਹੁੰਦਾ ਜਾਂ ਕੰਡੇ ਨਹੀਂ ਘਰ ਲਿਜਾਣੇ ਚਾਹੁੰਦਾ ਜਾਂ ਕੰਡਿਆਂ ਨਾਲ ਕੋਈ ਵੀ ਆਪਣਾ ਰਿਸ਼ਤਾ ਨਹੀਂ ਜੋੜਨਾ ਚਾਹੁੰਦਾ। ਬੜੀਆਂ ਸਾਰੀਆਂ ਖਤਰਨਾਕ ਸਾਡੇ ਆਲੇ ਦੁਆਲੇ ਗੱਲਾਂ ਬਾਤਾਂ ਨੇ। ਜਿਵੇਂ ਮੰਨ ਲਓ ਸਾਡੇ ਘਰ 'ਚ ਬਿਜਲੀ ਆ ਰਹੀ ਹੈ, ਬਿਜਲੀ ਤੋਂ ਫਾਇਦਾ ਲੈਣਾ, ਬਿਜਲੀ ਦਾ ਲਾਭ ਲੈਣਾ, ਬਿਜਲੀ ਨੂੰ ਚੰਗੇ ਸੁਚੱਜੇ ਢੰਗ ਨਾਲ ਵਰਤਣਾ। ਫ੍ਰਿਜ ਵਿੱਚ ਵਰਤਦੇ ਆ, ਪੱਖੇ ਕੂਲਰ ਜਾਂ ਆਪਣਾ AC ਦੇ ਵਿੱਚ ਵਰਤਦੇ ਆ, ਲਾਈਟ ਜਗਾਉਣ ਲਈ ਵਰਤਦੇ ਆ। ਬੜੇ ਸਾਰੇ ਤਰੀਕਿਆਂ ਦੇ ਨਾਲ ਆਪਾਂ ਲਾਈਟ ਦੀ ਵਰਤੋਂ ਕਰਦੇ ਆ। ਪਰ ਜਿੱਥੇ ਲਾਈਟ ਦੇ ਫਾਇਦੇ ਨੇ ਉੱਥੇ ਨਾਲ ਨਾਲ ਕਈ ਵਾਰੀ ਨੁਕਸਾਨ ਵੀ ਹੁੰਦੇ ਆ। ਅੱਗ ਲੱਗ ਜਾਂਦੀ ਆ, ਕਿਸੇ ਨੂੰ ਕਰੰਟ ਲੱਗ ਕੇ ਮੌਤ ਹੋ ਜਾਂਦੀ, ਕਈ ਕੁਛ ਹੁੰਦਾ। ਜਿੰਨੇ ਵੀ ਅਸੀਂ ਲੋਕ ਆ ਸਾਰੇ ਹੀ ਜਾਣਦੇ ਆ ਕਿ ਇਸ ਲਾਈਟ ਦੇ, ਬਿਜਲੀ ਦੇ ਕਿੰਨੇ ਫਾਇਦੇ ਆ, ਪਰ ਨਾਲ ਨਾਲ ਅਸੀਂ ਇਹ ਵੀ ਜਾਣਦੇ ਆ ਕਿ ਇਸ ਲਾਈਟ ਦੀ ਦੁਰਵਰਤੋਂ ਕਰਨ ਨਾਲ, ਅਣਗਹਿਲੀ ਵਰਤਣ ਨਾਲ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਜਾਂਦੇ। ਹੁਣ ਕੋਈ ਵੀ ਵਿਅਕਤੀ ਬਿਜਲੀ ਦੀ ਵਰਤੋਂ ਤਾਂ ਭਾਵੇਂ ਸਾਰੇ ਹੀ ਕਰਦੇ ਆ, ਪਰ ਕੋਈ ਵੀ ਵਿਅਕਤੀ ਬਿਜਲੀ ਦੇ ਫਾਇਦੇ ਤਾਂ ਭਾਵੇਂ ਉਠਾ ਲਵੇ ਪਰ ਕੋਈ ਨੁਕਸਾਨ ਉਠਾਉਣ ਨੂੰ ਤਿਆਰ ਨਹੀਂ। ਕੋਈ ਵੀ ਨਹੀਂ ਇਹ ਚਾਹੇਗਾ ਕਿ ਇਸ ਬਿਜਲੀ ਦੇ ਨਾਲ ਮੇਰਾ ਨੁਕਸਾਨ ਹੋ ਜਾਏ, ਮੇਰਾ ਆਲਾ ਦੁਆਲਾ ਜਿਹੜਾ ਆ ਉਹ ਇਹਦੇ ਨਾਲ ਪ੍ਰਭਾਵਿਤ ਹੋ ਜਾਏ। ਹਰੇਕ ਬੰਦਾ ਉਹਦੇ ਚੋਂ ਚੰਗਿਆਈ ਚਾਹੁੰਦਾ ਆ, ਬੁਰਾਈ ਨਹੀਂ ਚਾਹੁੰਦਾ। ਇਦਾਂ ਦੀਆਂ ਬੜੀਆਂ ਸਾਰੀਆਂ ਉਦਾਹਰਨਾਂ ਅਸੀਂ ਵੇਖ ਸਕਦੇ ਹਾਂ ਕਿ ਬਹੁਤ ਕੁਝ ਸਾਡੇ ਆਲੇ ਦੁਆਲੇ ਘਾਹ ਫੂਸ ਇਤਿਆਦਿਕ ਪੈਦਾ ਹੁੰਦਾ ਆ, ਲੇਕਿਨ ਉਹ ਸਾਡੇ ਆਮ ਲੋਕਾਂ ਦੀ ਵਰਤੋਂ ਵਿੱਚ ਨਹੀਂ ਆਉਂਦਾ। ਇਸ ਕਰਕੇ ਉਹਨੂੰ ਕੋਈ ਵੇਖਦਾ ਵੀ ਨਹੀਂ, ਉਹਨੂੰ ਕੋਈ ਘਰ ਵੀ ਨਹੀਂ ਲਿਆਉਣਾ ਚਾਹੁੰਦਾ। ਉਹ ਜਿੱਥੇ ਉੱਗਦਾ ਉੱਥੇ ਹੀ ਸੜ ਜਾਂਦਾ। ਪਰ ਬਹੁਤ ਸਾਰੀਆਂ ਫੁੱਲ, ਬੂਟੇ, ਵੇਲਾਂ ਇਤਿਆਦਿਕ ਇਦਾਂ ਦੇ ਪੈਦਾ ਹੁੰਦੇ ਆ ਜਿਹੜੇ ਸਾਡੀ ਲੋੜ ਆ, ਜਿੱਥੋਂ ਕਈ ਸਬਜ਼ੀਆਂ ਪੈਦਾ ਹੁੰਦੀਆਂ ਆ, ਦਵਾਈਆਂ ਪੈਦਾ ਹੁੰਦੀਆਂ ਆ। ਉਹਨਾਂ ਚੀਜ਼ਾਂ ਨੂੰ ਅਸੀਂ ਵਰਤਦੇ ਹਾਂ ਤੇ ਆਪਣੇ ਘਰਾਂ 'ਚ ਵੀ ਲੈ ਆਉਂਦੇ ਹਾਂ, ਸੰਭਾਲਦੇ ਵੀ। ਇਦਾਂ ਹੀ ਅਸੀਂ ਆਪਣੇ ਜੀਵਨ ਵਿੱਚ ਵੀ ਵੇਖਣਾ ਹੈ ਕਿ ਜਿਹੜਾ ਅਸੀਂ ਜੀਵਨ ਜੀ ਰਹੇ ਹਾਂ, ਇਸ ਜੀਵਨ ਨੂੰ ਜਿਉਂਦੇ ਰੱਖਣ ਲਈ, ਇਹਨੂੰ ਸੁਖਮਈ ਰੱਖਣ ਲਈ, ਇਹਨੂੰ ਇਸੇ ਤਰ੍ਹਾਂ ਹੀ ਹੱਸਦਾ ਤੁਰਦਾ ਫਿਰਦਾ ਰੱਖਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਕਿਉਂਕਿ ਇਸੇ ਜ਼ਿੰਦਗੀ ਵਿੱਚ ਅਸੀਂ ਨੁਕਸਾਨ ਵੀ ਉਠਾ ਸਕਦੇ ਹਾਂ, ਇਸੇ ਜ਼ਿੰਦਗੀ ਚੋਂ ਅਸੀਂ ਫਾਇਦਾ ਵੀ ਲੈ ਸਕਦੇ ਹਾਂ। ਅਸੀਂ ਕਰਨਾ ਕੀ ਚਾਹੁੰਦੇ ਹਾਂ, ਸਾਡੀ ਸੋਚ ਕੀ ਕਹਿੰਦੀ ਹੈ। ਜੇ ਅਸੀਂ ਆਪਣੀ ਸੋਚ ਵੱਲ ਵੇਖਾਂਗੇ ਤਾਂ ਸਾਡੀ ਸੋਚ ਹੋ ਸਕਦਾ ਹੈ ਗਲਤ ਵਾਲੇ ਪਾਸੇ ਵੀ ਜਾਂਦੀ ਹੋਵੇ, ਠੀਕ ਵਾਲੇ ਪਾਸੇ ਵੀ ਜਾਂਦੀ ਹੋਵੇ। ਪਰ ਜੇ ਇਸ ਨੂੰ ਛੱਡ ਕੇ ਅਸੀਂ ਅਗਲਾ ਸਟੈਪ ਲੈ ਲਈਏ ਕਿ ਅਸੀਂ ਆਪਣੀ ਸੋਚ ਨਾਲ ਨਾ ਸੋਚੀਏ, ਅਸੀਂ ਗੁਰੂ ਦੀ ਸੋਚ ਨਾਲ ਸੋਚੀਏ, ਤਾਂ ਜਦੋਂ ਸਤਿਗੁਰੂ ਦੀ ਸੋਚ ਨਾਲ ਸੋਚਦੇ ਹਾਂ, ਬਾਣੀ ਦੇ ਰਾਹੀਂ ਸੋਚਦੇ ਹਾਂ, ਬਾਣੀ ਦੇ ਰਾਹੀਂ ਸਮਝਦੇ ਹਾਂ, ਤਾਂ ਫਿਰ ਸਾਨੂੰ ਗੱਲ ਇੱਕ ਬੜੀ ਸੋਹਣੀ ਸਮਝ ਵਿੱਚ ਆ ਜਾਂਦੀ ਆ। ਤੇ ਗੁਰੂ ਸਾਹਿਬ ਇਹ ਗੱਲ ਕਹਿੰਦੇ, ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਏ। ਹੁਣ ਜਿਹੜਾ ਅੱਜ ਦਾ ਟੌਪਿਕ ਹੈ ਉਹਦੇ ਵਿੱਚ ਵੀ ਸਾਨੂੰ ਭਗਤ ਨਾਮਦੇਵ ਸਾਹਿਬ ਜੀ ਨੇ ਇਹ ਵਿਚਾਰ ਬਹੁਤ ਖੂਬਸੂਰਤ ਦਿੱਤਾ ਹੈ ਕਿ ਵਾਦ ਵਿਵਾਦ ਕਾਹੂ ਸਿਓ ਨਾ ਕੀਜੈ। ਕਿਸੇ ਨਾਲ ਵੀ ਨਾ ਕਰੋ, ਵਾਦ ਵਿਵਾਦ, ਝਗੜਾ, ਬਹਿਸ ਕਿਸੇ ਨਾਲ ਨਾ ਕਰੋ। ਕਿੰਨੀ ਕਮਾਲ ਦੀ ਗੱਲ ਹੈ ਕਿ ਸਾਨੂੰ ਇਹੋ ਜਿਹੇ ਉਪਦੇਸ਼, ਇਹੋ ਜਿਹੀਆਂ ਗੱਲਾਂ ਸਾਡੇ ਸਮਾਜ ਵਿੱਚੋਂ, ਵੱਡਿਆਂ ਕੋਲੋਂ, ਮਾਂ-ਬਾਪ ਕੋਲੋਂ, ਦਾਦਾ-ਦਾਦੀ ਕੋਲੋਂ, ਆਪਣੇ ਸਕੂਲ ਦੇ ਟੀਚਰਾਂ ਕੋਲੋਂ, ਬੜੀਆਂ ਸਾਰੀਆਂ ਥਾਵਾਂ ਤੋਂ ਸੁਣਨ ਨੂੰ ਮਿਲਦੀਆਂ। ਔਰ ਇਹ ਸਾਰਾ ਕੁਝ ਸਮਝਦਿਆਂ, ਸੁਣਦਿਆਂ ਹੋਇਆਂ ਵੀ ਬਹੁਤ ਵਾਰੀ ਅਸੀਂ ਫਿਰ ਇਹਨਾਂ ਚੱਕਰਾਂ 'ਚ ਪੈ ਜਾਂਦੇ ਹਾਂ, ਨਿੰਦਿਆ ਵਿੱਚ ਪੈ ਜਾਂਦੇ ਹਾਂ, ਚੁਗਲੀ ਵਿੱਚ ਪੈ ਜਾਂਦੇ ਹਾਂ, ਚੋਰੀ ਵਿੱਚ ਪੈ ਜਾਂਦੇ ਹਾਂ, ਫਸ ਜਾਂਦੇ ਹਾਂ। ਹੁਣ ਜਦੋਂ ਨਾਮਦੇਵ ਸਾਹਿਬ ਜੀ ਨੇ ਇਹ ਗੱਲ ਕਹੀ ਕਿ ਵਾਦ ਵਿਵਾਦ ਕਾਹੂ ਸਿਓ ਨਾ ਕੀਜੈ, ਤਾਂ ਬਹੁਤ ਸਾਰੇ ਇਸ ਵੇਲੇ ਬੱਚੇ ਵੀ ਇਸ ਮਾਧਿਅਮ ਦੇ ਰਾਹੀਂ ਜੁੜੇ ਹੋਏ ਆ। ਤਾਂ ਮੈਂ ਥੋੜਾ ਜਿਹਾ ਇਸ ਪੱਧਰ ਦੇ ਉੱਤੇ ਵੀ ਬੇਨਤੀ ਕਰਨੀ ਚਾਹੁੰਦਾ ਕਿ ਝਗੜਾ ਤਾਂ ਸਾਡਾ ਕਿਸੇ ਨਾ ਕਿਸੇ ਰੂਪ ਵਿੱਚ ਵੇਖੋ ਰਹਿੰਦਾ ਹੀ ਹੈ। ਬਹੁਤ ਸਾਰੇ ਬੱਚੇ ਆ, ਤੁਸੀਂ ਦੇਖੋ ਇਸ ਵੇਲੇ
ਸਕੂਲ ਬੰਦ ਹੋਣ ਕਰਕੇ ਆਨਲਾਈਨ ਕਲਾਸਾਂ ਲੱਗਦੀਆਂ, ਕੀ ਸਾਡਾ ਪੜ੍ਹਾਈ ਨਾਲ ਕਲਾਸਾਂ ਨਾਲ ਝਗੜਾ ਨਹੀਂ ਰਹਿੰਦਾ? ਅਸੀਂ ਉੱਥੋਂ ਵੀ ਤਾਂ ਕੰਨੀ ਕਤਰਾਉਂਦੇ ਆ ਨਾ, ਉੱਥੋਂ ਵੀ ਤਾਂ ਭੱਜਦੇ ਆ ਨਾ। ਸਾਨੂੰ ਹਰ ਵੇਲੇ ਇਦਾਂ ਲੱਗਦਾ ਵੀ ਕਲਾਸ ਮਿਸ ਹੋ ਜਾਏ, ਕਲਾਸ ਨਾ ਹੀ ਲੱਗੇ, ਰਹਿ ਜਾਏ, ਅਸੀਂ ਉਹਦੇ ਤੋਂ ਬਚਣਾ ਹੀ ਚਾਹੁੰਦੇ ਹਾਂ। ਪਰ ਆਉਣ ਵਾਲੇ ਸਮੇਂ 'ਚ ਜਾਂ ਜਿਹੜੇ ਸਾਡੇ ਵੱਡੇ ਆ ਉਹਨਾਂ ਨੂੰ ਇਸ ਗੱਲ ਦਾ ਪੂਰਾ ਪਤਾ ਹੈ ਕਿ ਜੇ ਅੱਜ ਕਲਾਸਾਂ ਨਹੀਂ ਲੱਗਣਗੀਆਂ, ਅੱਜ ਸਾਡੀ ਪੜ੍ਹਾਈ ਛੁੱਟੇਗੀ, ਤਾਂ ਆਉਣ ਵਾਲੇ ਸਮੇਂ 'ਚ ਨੁਕਸਾਨ ਸਾਡਾ ਹੀ ਹੋਏਗਾ। ਸਾਡੀ ਸੋਚ ਛੋਟੀ ਹੈ, ਸਾਡੀ ਬੁੱਧ ਛੋਟੀ ਹੈ, ਇਸ ਕਰਕੇ ਅਸੀਂ ਹਰ ਵੇਲੇ ਇਸ ਪੜ੍ਹਾਈ ਨੂੰ, ਆਪਣੀ ਐਜੂਕੇਸ਼ਨ ਨੂੰ ਛੱਡਣਾ ਚਾਹੁੰਦੇ ਹਾਂ, ਇਹਦੇ ਤੋਂ ਬਚਣਾ ਚਾਹੁੰਦੇ ਹਾਂ, ਭੱਜਣਾ ਚਾਹੁੰਦੇ ਹਾਂ। ਪਰ ਜਿਹੜੇ ਸਿਆਣੇ ਆ ਉਹ ਸਾਨੂੰ ਇਹ ਮੱਤ ਦਿੰਦੇ ਨੇ ਕਿ ਭਾਈ ਇਹਨੂੰ ਪੜ੍ਹਾਈ ਨੂੰ ਆਪਣੀ ਨੂੰ ਜਾਰੀ ਰੱਖੋ, ਜਿੰਨੀ ਕੋਸ਼ਿਸ਼ ਹੋ ਸਕਦੀ ਆ ਵੱਧ ਤੋਂ ਵੱਧ ਧਿਆਨ ਦਿਓ, ਪੜ੍ਹੋ, ਸੰਭਾਲੋ। ਜਿਹੜੀ ਮੈਂ ਗੱਲ ਕਰ ਰਿਹਾ ਕਿ ਵੇਖੋ ਸਾਡਾ ਝਗੜਾ ਤਾਂ ਇੱਥੇ ਵੀ ਹੈਗਾ ਹੈ ਨਾ। ਝਗੜਾ ਸਾਡਾ ਸਕੂਲ ਦੇ ਡਿਸਪਲਿਨ ਤੇ ਵੀ ਹੈਗਾ। ਸਾਨੂੰ ਕੋਸ਼ਿਸ਼ ਹੁੰਦੀ ਹੈ ਸਾਡੀ ਆਮ ਤੌਰ ਤੇ ਬੱਚਿਆਂ ਦੀ ਕਿ ਜਦੋਂ ਸਕੂਲ ਦਾ ਜਿਹੜਾ ਡਿਸਪਲਿਨ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਭੰਗ ਕੀਤਾ ਜਾਏ, ਇਹਦੀ ਉਲੰਘਣਾ ਕੀਤੀ ਜਾਏ। ਵਰਦੀ ਜਿਹੜੀ ਆ ਉਹ ਆਪਣੀ ਮਰਜ਼ੀ ਦੀ ਪਾਈਏ, ਅਸੀਂ ਇਹਨਾਂ ਦੀ ਮਰਜ਼ੀ ਦੀ ਨਾ ਪਾਈਏ। ਜਿੱਥੇ ਉਹ ਕਹਿੰਦੇ ਆ ਬੈਠੋ, ਜਿੱਥੇ ਉਹ ਕਹਿੰਦੇ ਆ ਖਲੋ, ਉਸ ਤਰੀਕੇ ਨਾਲ ਨਾ ਚੱਲਿਆ ਜਾਏ। ਅਸੀਂ ਆਪਣੀ ਮਰਜ਼ੀ ਨਾਲ ਖਲੋਈਏ, ਆਪਣੀ ਮਰਜ਼ੀ ਨਾਲ ਗੱਲਾਂ ਕਰੀਏ, ਆਪਣੀ ਮਰਜ਼ੀ ਨਾਲ ਕਲਾਸ 'ਚ ਬੈਠੀਏ, ਆਪਣੀ ਮਰਜ਼ੀ ਨਾਲ ਪੜ੍ਹੀਏ। ਮਤਲਬ ਅਸੀਂ ਕੋਸ਼ਿਸ਼ ਸਾਡੇ ਵੱਲੋਂ ਵੇਖੋ ਥੋੜੀ ਜਿਹੀ ਢਿੱਲ ਮਿਲ ਜਾਏ, ਟੀਚਰ ਆਸੇ ਪਾਸੇ ਹੋ ਜਾਣ, ਤਾਂ ਉਹੀ ਕਲਾਸ ਜਿਹੜੀ ਆ ਉਹ ਕਿੰਨੇ ਸ਼ੋਰ ਦਾ ਕਾਰਨ ਬਣ ਜਾਂਦੀ, ਉਹਦਾ ਡਿਸਪਲਿਨ ਭੰਗ ਹੋਣਾ ਸ਼ੁਰੂ ਹੋ ਜਾਂਦਾ। ਸਾਡਾ ਝਗੜਾ, ਸਾਡਾ ਵਿਵਾਦ ਡਿਸਪਲਿਨ ਨਾਲ ਵੀ ਹੈ। ਜਦੋਂ ਅਸੀਂ ਡਿਸਪਲਿਨ ਚੋਂ ਬਾਹਰ ਹੁੰਦੇ ਹਾਂ, ਸਮਝ ਲਓ ਅਸੀਂ ਡਿਸਪਲਿਨ ਦੇ ਨਾਲ ਝਗੜਾ ਕਰ ਰਹੇ ਹਾਂ। ਜਦੋਂ ਅਸੀਂ ਪੜ੍ਹਾਈ ਨੂੰ ਛੱਡ ਕੇ ਪੜ੍ਹਾਈ ਚੋਂ ਬਾਹਰ ਹੋਣਾ ਚਾਹੁੰਦੇ ਹਾਂ, ਪੜ੍ਹਾਈ ਨੂੰ ਅਸੀਂ ਮਿਸ ਕਰਨਾ ਚਾਹੁੰਦੇ ਹਾਂ, ਅਸੀਂ ਉਹਨੂੰ ਨਹੀਂ ਅਪਣਾਉਣਾ ਚਾਹੁੰਦੇ, ਸਮਝ ਲਓ ਸਾਡਾ ਝਗੜਾ ਪੜ੍ਹਾਈ ਨਾਲ ਵੀ ਹੈ। ਤਾਂ ਬੜੀਆਂ ਸਾਰੀਆਂ ਗੱਲਾਂ ਐਸੀਆਂ ਆ ਜਿਹੜੀਆਂ ਅਸੀਂ ਆਪਣੇ ਜੀਵਨ ਦੇ ਵਿੱਚ, ਝਗੜੇ ਦਾ ਮਤਲਬ ਸਿਰਫ ਇਹ ਹੀ ਨਹੀਂ ਹੈ ਕਿ ਮੈਂ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਮੰਦੇ ਸ਼ਬਦ ਬੋਲ ਰਿਹਾ ਤੇ ਮੈਂ ਝਗੜਾ ਕਰ ਰਿਹਾ। ਝਗੜਾ ਹਰ ਉਸ ਚੀਜ਼ ਨਾਲ ਸਾਡਾ ਹੈ, ਭਾਵੇਂ ਅਸੀਂ ਜ਼ੁਬਾਨ ਤੋਂ ਬੋਲੀਏ, ਭਾਵੇਂ ਨਾ ਬੋਲੀਏ, ਭਾਵੇਂ ਕਿਸੇ ਨੂੰ ਕਹੀਏ ਜਾਂ ਨਾ ਕਹੀਏ, ਉਹ ਹਰ ਚੀਜ਼ ਝਗੜਾ ਹੀ ਮੰਨੀ ਜਾਏਗੀ। ਜਿਹੜੀ ਚੰਗਿਆਈ ਅਪਣਾਉਣ ਨੂੰ ਸਾਨੂੰ ਕਿਹਾ ਗਿਆ, ਪਰ ਅਸੀਂ ਚੰਗਿਆਈ ਨੂੰ ਛੱਡ ਕੇ ਬੁਰਾਈ ਵਾਲੇ ਪਾਸੇ ਨੂੰ ਜਾ ਰਹੇ ਹਾਂ, ਇਹ ਝਗੜਾ ਹੀ ਹੈ। ਚੰਗਿਆਈ ਨੂੰ ਛੱਡ ਕੇ ਬੁਰਾਈ ਵੱਲ ਜਾਣਾ, ਇਹ ਚੰਗਿਆਈ ਨਾਲ ਝਗੜਾ ਹੈ। ਔਰ ਜਦੋਂ ਤੁਸੀਂ ਬਾਣੀ ਨੂੰ ਪੜ੍ਹੋਗੇ, ਬਾਣੀ ਨੂੰ ਪੜ੍ਹਦਿਆਂ ਸਾਨੂੰ ਇਸ ਗੱਲ ਦਾ ਵੀ ਖੂਬਸੂਰਤ ਬਾਣੀ ਵਿੱਚੋਂ ਹੀ ਹਵਾਲਾ ਮਿਲ ਜਾਂਦਾ ਕਿ ਭਾਈ ਜੇ ਤੁਸੀਂ ਝਗੜਨਾ ਹੀ ਹੈ, ਜੇ ਤੁਸੀਂ ਲੜਨਾ ਹੀ ਹੈ, ਤਾਂ ਬੁਰਾਈ ਨਾਲ ਲੜੋ। ਜੇ ਤੁਹਾਨੂੰ ਲੜਨ ਦੀ ਇੰਨੀ ਚਾਹਨਾ ਆ ਤਾਂ ਫਿਰ ਤੁਸੀਂ ਬੁਰਾਈ ਨਾਲ ਲੜੋ, ਔਗਣਾ ਨਾਲ ਲੜੋ, ਤਾਂ ਕਿ ਤੁਹਾਡਾ ਭਲਾ ਹੋ ਸਕੇ, ਤੁਹਾਡੇ ਆਲੇ ਦੁਆਲੇ ਦਾ ਭਲਾ ਹੋ ਸਕੇ, ਕੋਈ ਚੰਗੀ ਸੇਧ ਜਿਹੜੀ ਆ ਉਹ ਲਈ ਜਾ ਸਕੇ, ਕਿਸੇ ਦੂਜੇ ਨੂੰ ਸੇਧ ਦਿੱਤੀ ਜਾ ਸਕੇ। ਬੁਰਾਈ ਦਾ ਫੈਲਾਅ ਕਿਉਂ ਕਰਨਾ ਚਾਹੁੰਦੇ? ਕੀ ਬੁਰਾਈ ਚੰਗੀ ਹੈ? ਝੂਠ ਬੋਲਣਾ ਚੰਗਾ ਹੈ? ਕੀ ਬੇਈਮਾਨੀ ਕਰਨੀ ਚੰਗੀ ਹੈ? ਜਦੋਂ ਤਾਂ ਮੰਨ ਲਓ ਮੈਂ ਕਿਸੇ ਨਾਲ ਕਰਾਂਗਾ ਤਾਂ ਮੈਨੂੰ ਇਹ ਲੱਗਦਾ ਵੀ ਇਹ ਵਧੀਆ ਗਾ, ਮੈਂ ਬੁਰਾਈ ਕਰਕੇ ਹੋ ਸਕਦਾ ਹੈ ਵੀ ਬਚ ਵੀ ਜਾਵਾਂ ਤੇ ਖੁਸ਼ ਵੀ ਹੋਵਾਂ ਕਿ ਮੈਂ ਬੁਰਾਈ ਕੀਤੀ, ਫੜਿਆ ਵੀ ਨਹੀਂ ਗਿਆ ਔਰ ਬਹੁਤ ਵਧੀਆ ਗੱਲ ਹੋਈ। ਪਰ ਜਿਹੜੀ ਬੁਰਾਈ ਮੈਂ ਕਰ ਰਿਹਾ, ਜਦੋਂ ਕਿਸੇ ਦੂਜੇ ਨੇ ਮੇਰੇ ਨਾਲ ਕੀਤੀ, ਫਿਰ ਪਤਾ ਲੱਗੇਗਾ ਨਾ, ਫਿਰ ਨੁਕਸਾਨ ਹੋਏਗਾ ਨਾ, ਫਿਰ ਰੋਣਾ ਆਏਗਾ ਨਾ। ਕਿਉਂਕਿ ਜਿਹੜੀ ਗੱਲ ਅੱਜ ਮੰਨ ਲਓ ਮੈਂ ਕਿਸੇ ਨਾਲ ਝੂਠ ਬੋਲ ਰਿਹਾ, ਮੈਨੂੰ ਚੰਗਾ ਲੱਗ ਰਿਹਾ, ਪਰ ਕੱਲ ਨੂੰ ਜੇ ਕਿਸੇ ਨੇ ਮੇਰੇ ਨਾਲ ਝੂਠ ਬੋਲਿਆ, ਜਿਹੜੀ ਬੇਈਮਾਨੀ ਅੱਜ ਮੈਂ ਕਰ ਰਿਹਾ ਮੈਨੂੰ ਚੰਗੀ ਲੱਗਦੀ, ਪਰ ਜੇ ਕਿਸੇ ਨੇ ਕੱਲ ਨੂੰ ਮੇਰੇ ਨਾਲ ਕੀਤੀ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਨੂੰ ਬਾਣੀ ਨੇ ਪੂਰੀ ਤਰ੍ਹਾਂ ਰੱਦ ਵੀ ਕੀਤਾ ਔਰ ਛੱਡਣ ਲਈ ਵੀ ਕਿਹਾ। ਮੈਂ ਪਹਿਲਾਂ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਕਿ ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਏ। ਔਰ ਔਗਣਾ ਨੂੰ ਛੱਡਣਾ, ਚੰਗਿਆਈ ਨੂੰ ਧਾਰਨ ਕਰਨਾ, ਇਹ ਝਗੜਾ ਜਿਹੜਾ ਹੈ ਸਾਡੀ ਜ਼ਿੰਦਗੀ ਅੰਦਰ ਇਹ ਹੋਣਾ ਚਾਹੀਦਾ। ਔਰ ਚੰਗਿਆਈ ਦੀ, ਗੁਣਾ ਦੀ,
ਜਿੱਤ ਹੋਣੀ ਚਾਹੀਦੀ ਹੈ। ਸਾਡੀ ਹਮੇਸ਼ਾ ਸੋਚ ਚੰਗਿਆਈ ਵਾਲੇ ਪਾਸੇ ਖਲੋਵੇ ਕਿ ਇਹ ਚੰਗਿਆਈ ਹੈ, ਇਹ ਭਲਾ ਆ, ਇਹ ਵਧੀਆ ਗੱਲ ਹੈ, ਔਰ ਇਹਨੂੰ ਹੀ ਅਸੀਂ ਅਪਣਾਵਾਂਗੇ। ਬੁਰੀ ਗੱਲ ਨੂੰ ਅਸੀਂ ਨਹੀਂ ਨੇੜੇ ਆਉਣ ਦਿਆਂਗੇ, ਬੁਰੀ ਗੱਲ ਨੂੰ ਅਸੀਂ ਛੱਡ ਦਿਆਂਗੇ। ਤੋ ਬੜੀਆਂ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਸਮਾਜ ਵਿੱਚ ਘਰ ਕਰ ਗਈਆਂ, ਜਿਹੜੀਆਂ ਬੁਰੀਆਂ ਨੇ, ਗਲਤ ਨੇ, ਉਹਨਾਂ ਦੇ ਖਿਲਾਫ ਹਮੇਸ਼ਾ ਸਾਡੀ ਸੋਚ ਜਿਹੜੀ ਆ ਉਹ ਲੜਦੀ ਰਵੇ। ਉਹਨਾਂ ਦੇ ਖਿਲਾਫ ਹਮੇਸ਼ਾ ਅਸੀਂ ਡਟੇ ਰਹੀਏ। ਇਹ ਸਤਿਗੁਰੂ ਦਾ ਭਾਣਾ ਆ, ਇਹ ਸਤਿਗੁਰੂ ਦੀ ਰਜ਼ਾ ਆ। ਔਰ ਉਹਨਾਂ ਬੁਰਾਈਆਂ ਨੂੰ ਅਸੀਂ ਗਲ ਲਾਈਏ, ਆਪਣੇ ਘਰ ਵਿੱਚ ਲੈ ਕੇ ਆਈਏ, ਤੇ ਚੰਗਿਆਈ ਨੂੰ ਅਸੀਂ ਛੱਡਦੇ ਜਾਈਏ, ਚੰਗਿਆਈ ਵੱਲੋਂ ਪਾਸੇ ਹਟਦੇ ਜਾਈਏ। ਇਹ ਸਤਿਗੁਰੂ ਦੀ ਰਜ਼ਾ ਦੇ ਉਲਟ ਆ, ਇਹਦੇ ਨਾਲ ਭਲਾ ਨਹੀਂ ਹੋਏਗਾ। ਜਿਵੇਂ ਸਮਾਜ ਵਿੱਚ ਬੜੇ ਸਾਰੇ ਵਹਿਮ ਭਰਮ ਹੈ, ਭਾਵੇਂ ਉਹ ਕਿਸੇ ਦੇ ਮਰ ਜਾਣ ਤੇ ਹੋਣ, ਭਾਵੇਂ ਉਹ ਕਿਸੇ ਦੇ ਜਨਮ ਤੇ ਹੋਣ, ਭਾਵੇਂ ਉਹ ਕਿਸੇ ਦੇ ਵਿਆਹ ਤੇ ਹੋਣ। ਬੜੇ ਸਾਰੇ ਵਹਿਮ ਭਰਮ, ਦਿਨਾਂ ਵਾਰਾਂ ਦੇ ਵਹਿਮ ਭਰਮ ਆ। ਸਾਡਿਆਂ ਘਰਾਂ ਦੇ ਅੰਦਰ ਬੜੀ ਸਾਰੀ ਐਸੀ ਮਨਮਤ ਆ ਜਿਹੜੀ ਗੁਰਮਤ ਨਾਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮੇਲ ਨਹੀਂ ਖਾਂਦੀ। ਅਸੀਂ ਉਹ ਕਰ ਰਹੇ ਹਾਂ। ਫਿਰ ਸਾਡਾ ਗੁਰਮਤ ਨਾਲ ਵੀ ਝਗੜਾ ਹੋਇਆ, ਗੁਰਮਤ ਨਾਲ ਵੀ ਝਗੜਾ ਹੋਇਆ। ਅਸੀਂ ਗੁਰਮਤ ਨੂੰ ਵੀ ਪਾਸੇ ਕਰ ਰਹੇ ਹਾਂ, ਧੱਕ ਰਹੇ ਹਾਂ, ਤੇ ਬੁਰਾਈ ਨੂੰ ਅਸੀਂ ਆਪਣੇ ਗਲ ਨਾਲ ਲਾ ਰਹੇ ਹਾਂ। ਔਰ ਨਸ਼ੇ, ਕਿੰਨੀ ਬੁਰੀ ਤਰ੍ਹਾਂ ਸਾਡਾ ਸਮਾਜ ਜਿਹੜਾ ਹੈ ਇਹ ਨਸ਼ੇ ਦੀ ਦਲਦਲ ਦੇ ਵਿੱਚ ਜਕੜਿਆ ਹੋਇਆ। ਔਰ ਇੱਕ ਗੱਲ ਹੋਰ ਧਿਆਨ 'ਚ ਰੱਖਣ ਵਾਲੀ ਹੈ ਕਿ ਤੁਸੀਂ ਵੀ ਆਪਣੇ ਨੇੜੇ ਤੇੜੇ ਦੇਖਿਓ, ਮੈਂ ਵੀ ਦੇਖਦਾ ਹਾਂ, ਜਿਹੜਾ ਬੰਦਾ ਨਸ਼ੇ ਕਰਦਾ ਉਹ ਨਸ਼ੇ ਨਾ ਕਰਨ ਵਾਲੇ ਨਾਲੋਂ ਕੰਮ ਜ਼ਿਆਦਾ ਨਹੀਂ ਕਰਦਾ। ਮੈਂ ਇੱਕ ਵਾਰੀ ਫਿਰ ਦੁਹਰਾ ਦਿੰਦਾ, ਇੱਕ ਵਿਅਕਤੀ ਨਸ਼ਾ ਕਰਦਾ ਹੈ, ਦੂਜਾ ਵਿਅਕਤੀ ਨਹੀਂ ਕਰਦਾ। ਨਸ਼ਾ ਕਰਨ ਵਾਲਾ ਵਿਅਕਤੀ ਨਸ਼ਾ ਨਾ ਕਰਨ ਵਾਲੇ ਨਾਲੋਂ ਕੰਮ ਵੱਧ ਨਹੀਂ ਕਰਦਾ। ਇਹ ਭੁਲੇਖਾ ਆ ਕਿ ਨਸ਼ਾ ਖਾ ਕੇ ਸ਼ਾਇਦ ਕੰਮ ਜ਼ਿਆਦਾ ਹੋਏਗਾ, ਨਸ਼ੇ ਨਾਲ ਪਤਾ ਨਹੀਂ ਕੀ ਹੋ ਜਾਏਗਾ, ਨਸ਼ੇ ਨਾਲ ਸ਼ਾਇਦ ਥਕੇਵਾਂ ਲੱਥ ਜਾਏਗਾ, ਨਸ਼ੇ ਨਾਲ ਸ਼ਾਇਦ ਚਿੰਤਾ ਦੂਰ ਹੋ ਜਾਏਗੀ। ਇਹ ਭੁਲੇਖੇ ਆ, ਇਹ ਭੁਲੇਖੇ ਆ। ਇਹ ਨਸ਼ਾ ਵੇਚਣ ਵਾਲਿਆਂ ਵੱਲੋਂ ਫੈਲਾਏ ਹੋਏ ਭਰਮ ਆ, ਔਰ ਸਾਡੇ ਲੋਕ ਇਹਨਾਂ ਗੱਲਾਂ 'ਚ ਫਸ ਜਾਂਦੇ ਆ ਤੇ ਫਿਰ ਸਦਾ ਲਈ ਪਛਤਾਉਂਦੇ ਆ। ਜਦਕਿ ਬਾਣੀ ਨੇ ਇਹ ਗੱਲ ਕਹੀ ਕਿ ਭਲਿਓ, ਜੇ ਤੁਸੀਂ ਸੱਚਮੁੱਚ ਹੀ ਚੰਗੀ ਸੋਚ ਰੱਖਦੇ ਹੋ, ਜੇ ਤੁਹਾਡੇ ਪੱਲੇ ਕੋਈ ਚੰਗਿਆਈ ਆ, ਤਾਂ ਫਿਰ ਇਸ ਗੱਲ ਨੂੰ ਹਮੇਸ਼ਾ ਚੇਤੇ ਰੱਖੋ, ਝੂਠਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ। ਇਹ ਜਿਹੜਾ ਜ਼ਹਿਰ ਆ ਨਸ਼ਿਆਂ ਦਾ, ਇਹਨੂੰ ਕਦੀ ਵੀ ਨਾ ਪੀਓ। ਅੰਮ੍ਰਿਤ ਕਾ ਵਾਪਾਰੀ ਹੋਵੇ, ਕਿਆ ਮਦ ਛੂਛੈ ਭਾਉ ਧਰੇ। ਜੇ ਤੁਸੀਂ ਅੰਮ੍ਰਿਤ ਦੇ ਗਾਹਕ ਹੋ, ਚੰਗਿਆਈ ਦੇ ਗਾਹਕ ਹੋ, ਗੁਣਾਂ ਦੇ ਗਾਹਕ ਹੋ, ਤਾਂ ਫਿਰ ਜ਼ਹਿਰ ਨਾਲ ਸੰਬੰਧ ਕਿਉਂ ਜੋੜਨਾ? ਮੈਂ ਸ਼ੁਰੂ 'ਚ ਉਦਾਹਰਨਾਂ ਦਿੱਤੀਆਂ ਸੀ। ਬਿਜਲੀ ਦੀ ਚੰਗੇ ਢੰਗ ਨਾਲ ਆਪਣੇ ਘਰ 'ਚ ਵਰਤੋਂ ਕਰਨੀ, ਪੱਖੇ 'ਚ ਵਰਤੋਂ ਕਰਨੀ, ਬਲਬ 'ਚ ਵਰਤੋਂ ਕਰਨੀ, ਫ੍ਰਿਜ ਵਿੱਚ ਵਰਤੋਂ ਕਰਨੀ, ਏਸੀ 'ਚ ਵਰਤੋਂ ਕਰਨੀ, ਕੂਲਰ ਪੱਖੇ 'ਚ ਵਰਤੋਂ ਕਰਨੀ। ਇਹ ਸਾਡੇ ਆਪਣੇ ਹੱਥ ਹੈ ਨਾ। ਸਾਨੂੰ ਪਤਾ ਹੈ ਜੇ ਅਸੀਂ ਇਹ ਬਿਜਲੀ ਦੀ ਚੰਗੇ ਢੰਗ ਨਾਲ ਵਰਤੋਂ ਕਰਾਂਗੇ, ਬਲਬ ਜਗਾਵਾਂਗੇ, ਚਾਨਣ ਹੋਏਗਾ, ਪੱਖਾ ਚਲਾਵਾਂਗੇ, ਹਵਾ ਆਏਗੀ, ਫ੍ਰਿਜ ਵਿੱਚੋਂ ਸਾਨੂੰ ਜਿਹੜੀਆਂ ਕਈ ਸਹੂਲਤਾਂ ਮਿਲਣਗੀਆਂ, ਸਾਡਾ ਸਾਜੋ ਸਮਾਨ, ਦੁੱਧ ਇਤਿਆਦਿਕ ਸਬਜ਼ੀਆਂ ਸਾਡੀਆਂ ਬਚੀਆਂ ਰਹਿਣਗੀਆਂ। ਅਸੀਂ ਵਰਤ ਰਹੇ ਹਾਂ ਨਾ। ਪਰ ਕੋਈ ਵੀ ਵਿਅਕਤੀ ਬਿਜਲੀ ਆਪਣੇ ਘਰ ਕਨੈਕਸ਼ਨ ਇਸ ਕਰਕੇ ਥੋੜਾ ਲੈਂਦਾ ਕਿ ਮੈਂ ਇਹਨੂੰ ਹੱਥ ਲਾਵਾਂਗਾ ਤਾਂ ਮੈਂ ਖਤਰਾ ਸਹੇੜਾਂਗਾ, ਮੈਂ ਆਪਣੇ ਘਰ ਇਸ ਕਨੈਕਸ਼ਨ ਨੂੰ ਲਵਾਵਾਂਗਾ ਤਾਂ ਇਹਦੇ ਨਾਲ ਮੈਂ ਆਪਣੇ ਘਰ ਨੂੰ ਅੱਗ ਲਾਵਾਂਗਾ। ਬਿਜਲੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ, ਅਸੀਂ ਆਪਣੇ ਘਰ ਨੂੰ ਸੋਹਣਾ ਸੁਰੱਖਿਅਤ ਰੱਖਣ ਲਈ ਹਰ ਤਰ੍ਹਾਂ ਦਾ ਜਿਹੜਾ ਆ ਉਹ ਤਰੀਕਾ ਵਰਤਦੇ ਹਾਂ। ਅਸੀਂ ਬੁਰਾਈ ਨਹੀਂ ਚਾਹੁੰਦੇ ਉਹਦੇ 'ਚ। ਜੇ ਅਸੀਂ ਇਹ ਜੀਵਨ ਜਿਉਣਾ ਚਾਹੁੰਦੇ ਹਾਂ, ਸਮਾਜ ਵਧੀਆ ਬਣਾਉਣਾ ਚਾਹੁੰਦੇ ਹਾਂ, ਸੋਹਣਾ ਵਧੀਆ ਪਰਿਵਾਰ ਦਾ ਜਿਹੜਾ ਰੱਖ ਰਖਾਵ ਬਣਾਉਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਬੁਰਾਈਆਂ ਵੀ ਤੇ ਛੱਡਣੀਆਂ ਪੈਣਗੀਆਂ ਨਾ, ਚੰਗਿਆਈ ਲੈਣੀ ਪਏਗੀ। ਮੈਂ ਪਹਿਲਾਂ ਸ਼ੁਰੂ 'ਚ ਵੀ ਕਿਹਾ ਸੀ, ਸਮਾਜ ਵਿੱਚ ਦੋਵੇਂ ਤਰੀਕੇ ਆ। ਚੰਗਿਆਈ ਵੀ ਇੱਥੇ ਹੀ ਹੈ, ਸਾਡੇ ਆਲੇ ਦੁਆਲੇ 'ਚ ਹੈ। ਬੁਰਾਈ ਵੀ ਸਾਡੇ ਆਲੇ ਦੁਆਲੇ 'ਚ ਹੀ ਹੈ, ਕਿਤੇੋਂ ਬਾਹਰੋਂ ਨਹੀਂ ਆਉਣੀ, ਕਿਤੇੋਂ ਬਾਹਰੋਂ ਨਹੀਂ ਆਉਣੀ।
ਚਾਨਣ ਵੀ ਸਾਡੇ ਇਸ ਬ੍ਰਹਿਮੰਡ ਦਾ ਹੀ ਹਿੱਸਾ ਹੈ। ਚਾਨਣ ਸਾਡੇ ਬ੍ਰਹਿਮੰਡ ਦਾ ਹਿੱਸਾ ਹੈ, ਕਿਤੇ ਬਾਹਰੋਂ ਥੋੜਾ ਆਏਗਾ। ਹਨੇਰਾ ਸਾਡੇ ਆਲੇ ਦੁਆਲੇ ਹੀ ਹੈ। ਚਾਨਣ ਦੀ ਅਣਹੋਂਦ ਆਪਣੇ ਆਪ ਹੀ ਹਨੇਰੇ ਨੂੰ ਪੈਦਾ ਕਰ ਦਿੰਦੀ ਹੈ। ਜਿਵੇਂ ਮੰਨ ਲਓ ਚਾਨਣ ਤਾਂ ਸਾਡੇ ਇਸ ਬ੍ਰਹਿਮੰਡ ਦੇ ਵਿੱਚ ਸੂਰਜ ਤੋਂ ਆ ਰਿਹਾ, ਹਨੇਰਾ ਕਿੱਥੋਂ ਆਉਂਦਾ? ਹਨੇਰੇ ਦਾ ਸੋਮਾ ਕੀ ਹੈ? ਹਨੇਰਾ ਕਿੱਥੋਂ ਨਿਕਲਦਾ ਹੈ? ਹਨੇਰਾ ਕਿੱਥੋਂ ਪੈਦਾ ਹੁੰਦਾ? ਕਿਤੇੋਂ ਵੀ ਨਹੀਂ। ਚਾਨਣ ਦੀ ਅਣਹੋਂਦ ਹੀ ਹਨੇਰੇ ਨੂੰ ਪੈਦਾ ਕਰ ਲੈਂਦੀ ਹੈ। ਗੁਣਾਂ ਦੀ ਅਣਹੋਂਦ ਹੀ ਔਗਣਾਂ ਨੂੰ ਪੈਦਾ ਕਰ ਲੈਂਦੀ ਹੈ। ਚੰਗਿਆਈ ਦੀ ਅਣਹੋਂਦ ਹੀ ਬੁਰਾਈ ਨੂੰ ਆਪਣੇ ਆਪ ਪੈਦਾ ਕਰ ਲੈਂਦੀ ਹੈ। ਪਰ ਸਾਡਾ ਫਿਰ ਇੱਥੇ ਫਰਜ਼ ਬਣਦਾ ਹੈ ਕਿ ਜੇ ਚੰਗਿਆਈ ਦੀ ਅਣਹੋਂਦ ਨਾਲ ਬੁਰਾਈ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ ਤੇ ਵੱਧਦੀ ਆ, ਫਿਰ ਅਸੀਂ ਚੰਗਿਆਈ ਨੂੰ ਘਟਣ ਨਾ ਦੇਈਏ, ਚੰਗਿਆਈ ਨੂੰ ਹਮੇਸ਼ਾ ਸਮਝੀਏ, ਚੰਗਿਆਈ ਨੂੰ ਪਿਆਰ ਕਰੀਏ। ਜਿਹੜੀਆਂ ਗੱਲਾਂ ਸਾਨੂੰ ਕਹੀਆਂ ਜਾਂਦੀਆਂ, ਭਾਵੇਂ ਉਹ ਗੁਰੂ ਸਾਹਿਬਾਨ ਵੱਲੋਂ ਕਹੀਆਂ ਗਈਆਂ, ਚਾਹੇ ਸਾਡੇ ਸਮਾਜ ਦੇ ਸਿਆਣੇ ਲੋਕਾਂ ਵੱਲੋਂ ਕਹੀਆਂ ਗਈਆਂ, ਚਾਹੇ ਸਾਡੇ ਮਾਂ-ਬਾਪ ਵੱਲੋਂ ਕਹੀਆਂ ਗਈਆਂ, ਉਹ ਸਾਨੂੰ ਵਿਚਾਰਨੀਆਂ ਚਾਹੀਦੀਆਂ ਔਰ ਸੁਣਨੀਆਂ ਚਾਹੀਦੀਆਂ ਤੇ ਮੰਨਣੀਆਂ ਚਾਹੀਦੀਆਂ। ਔਰ ਮੈਂ ਪਹਿਲਾਂ ਵੀ ਕਿਹਾ ਕਿ ਸਾਡਾ ਹਮੇਸ਼ਾ ਜਿਹੜਾ ਨਾ ਉਹ ਝਗੜਾ ਇਹ ਰਹਿੰਦਾ, ਸਾਡਾ ਹਮੇਸ਼ਾ ਝੁਕਾਅ ਇਸ ਪਾਸੇ ਨੂੰ ਰਹਿੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਕੁਝ ਏਦਾਂ ਦਾ ਖਰੂਦ ਕਰਨ ਦੀ, ਸ਼ੋਰ ਪਾਉਣ ਦੀ, ਸਾਨੂੰ ਚੀਜ਼ਾਂ ਤੋੜਨ ਦੀ, ਸਾਨੂੰ ਨੁਕਸਾਨ ਕਰਨ ਦੀ ਜਿਹੜੀ ਆ ਵੀ ਉਹ ਕਿਤੇ ਨਾ ਕਿਤੇ ਆਗਿਆ ਮਿਲ ਜਾਏ, ਮੌਕਾ ਮਿਲ ਜਾਏ। ਘਰ ਵਾਲੇ ਜਿਹੜੇ ਆ, ਪਰਿਵਾਰ ਦੇ ਜੀ ਆ, ਮਾਂ ਬਾਪ ਆ, ਉਹ ਕਿਤੇ ਬਾਹਰ ਚਲੇ ਜਾਣ, ਵਾਂਢੇ ਚਲੇ ਜਾਣ, ਆਸੇ ਪਾਸੇ ਹੋ ਜਾਣ, ਤਾਂ ਸਾਨੂੰ ਘਰ ਵਿੱਚ ਇਕੱਲਿਆਂ ਨੂੰ ਲੜਨ ਦਾ, ਇੱਕ ਦੂਜੇ ਨਾਲ ਬਹਿਸਣ ਦਾ, ਸਾਨੂੰ ਆ ਇੱਕ ਦੂਜੇ ਨਾਲ ਭਾਂਡੇ ਭੰਨਣ ਦਾ, ਕਿਤਾਬਾਂ ਪੜ੍ਹਨ ਦਾ ਸਾਨੂੰ ਮੌਕਾ ਮਿਲ ਜਾਏ, ਟੀਚਰ ਪਾਸੇ ਹੋ ਜਾਏ, ਕਿਸੇ ਤਰੀਕੇ ਹੋ ਜਾਏ। ਬਸ ਅਸੀਂ ਇਹ ਮੌਕੇ ਭਾਲਦੇ। ਸਾਡੇ ਅੰਦਰ ਦੇਖੋ ਬੁਰਾਈ ਲਈ ਕਿੰਨੀ ਵੱਡੀ ਤਾਂਘ ਆ, ਅਸੀਂ ਬੁਰਾਈ ਲਈ ਕਿੰਨਾ ਆਪਣੇ ਅੰਦਰ ਇੱਕ ਖਿੱਚ ਰੱਖਦੇ ਹਾਂ, ਉਤਸੁਕ ਹਾਂ ਕਿ ਸਾਨੂੰ ਬੁਰਾਈ ਕਰਨ ਦਾ ਕਿਤੇ ਮੌਕਾ ਮਿਲ ਜਾਏ, ਖੁੱਲ ਮਿਲ ਜਾਏ ਤੇ ਅਸੀਂ ਦੱਬ ਕੇ ਇਸ ਗੱਲ ਨੂੰ ਕਰੀਏ। ਤਾਂ ਗੁਰੂ ਪਿਆਰਿਓ, ਸਤਿਗੁਰੂ ਦੀ ਬਾਣੀ ਨੇ ਸਾਨੂੰ ਬੜੇ ਸੁਚੱਜੇ ਢੰਗ ਨਾਲ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਭਾਈ ਵਾਦ ਵਿਵਾਦ ਕਿਸੇ ਨਾਲ ਨਾ ਕਰੋ। ਕਿਸੇ ਨਾਲ ਨਾ ਕਰੋ ਦਾ ਮਤਲਬ ਇਹੋ ਹੀ ਹੈ ਕਿ ਵਾਦ ਵਿਵਾਦ ਹਮੇਸ਼ਾ ਬੁਰਾਈ ਵਿੱਚੋਂ ਪੈਦਾ ਹੁੰਦਾ ਆ, ਭਾਵੇਂ ਉਹ ਚੋਰੀ ਦੇ ਰੂਪ ਵਿੱਚ ਹੋਵੇ, ਭਾਵੇਂ ਉਹ ਠੱਗੀ ਦੇ ਰੂਪ ਵਿੱਚ ਹੋਵੇ, ਝੂਠ ਦੇ ਰੂਪ ਵਿੱਚ ਹੋਵੇ, ਨਿੰਦਿਆ ਦੇ ਰੂਪ ਵਿੱਚ ਹੋਵੇ, ਚੁਗਲੀ ਦੇ ਰੂਪ ਵਿੱਚ ਹੋਵੇ, ਕਿਸੇ ਵੀ ਤਰੀਕੇ ਹੋਵੇ, ਉਹਦੇ ਚੋਂ ਝਗੜਾ ਪੈਦਾ ਹੋਏਗਾ। ਜੇ ਤੁਸੀਂ ਚੰਗਿਆਈ ਨੂੰ ਧਾਰਨ ਕਰਕੇ ਰੱਖਦੇ ਹੋ, ਮਿੱਠਾ ਬੋਲਦੇ ਹੋ, ਸੇਵਾ ਕਰਦੇ ਹੋ, ਇੱਕ ਦੂਜੇ ਨਾਲ ਹਮਦਰਦੀ ਕਰਦੇ ਹੋ, ਇੱਕ ਦੂਜੇ ਦੀ ਮਦਦ ਕਰਦੇ ਹੋ, ਤਾਂ ਕਦੀ ਵੀ ਕਿਸੇ ਦੀ ਮਦਦ ਕੀਤਿਆਂ ਉਹਦੇ ਚੋਂ ਝਗੜਾ ਪੈਦਾ ਨਹੀਂ ਹੋਏਗਾ। ਝਗੜਾ ਹਮੇਸ਼ਾ ਲੁੱਟ ਵਿੱਚੋਂ ਪੈਦਾ ਹੋਏਗਾ, ਝਗੜਾ ਹਮੇਸ਼ਾ ਬੇਈਮਾਨੀ ਵਿੱਚੋਂ ਪੈਦਾ ਹੋਏਗਾ, ਝਗੜਾ ਹਮੇਸ਼ਾ ਝੂਠ ਵਿੱਚੋਂ ਪੈਦਾ ਹੋਏਗਾ, ਝਗੜਾ ਹਮੇਸ਼ਾ ਧੱਕੇ ਵਿੱਚੋਂ ਪੈਦਾ ਹੋਏਗਾ, ਔਰ ਹਮਦਰਦੀ, ਮਦਦ ਵਿੱਚੋਂ, ਪਿਆਰ ਵਿੱਚੋਂ, ਸੇਵਾ ਵਿੱਚੋਂ ਝਗੜਾ ਪੈਦਾ ਨਹੀਂ ਹੋਏਗਾ। ਔਰ ਗੁਰੂ ਸਾਹਿਬ ਨੇ ਇਸੇ ਕਰਕੇ ਇਹ ਗੱਲਾਂ ਤੋਂ ਸਾਨੂੰ ਵਿਵਰਜਿਤ ਕੀਤਾ ਕਿ ਆਹ ਜਿਹੜੀਆਂ ਬੁਰਾਈਆਂ ਤੁਸੀਂ ਗਲ ਲਾ ਕੇ ਰੱਖੀਆਂ ਹੋਈਆਂ, ਇਹਨਾਂ ਬੁਰਾਈਆਂ ਨੂੰ ਆਪਣੇ ਜੀਵਨ ਕਾਲ ਵਿੱਚੋਂ ਬਾਹਰ ਕੱਢ ਦਿਓ। ਔਰ ਇੱਥੇ ਮੈਂ ਤੁਹਾਡਾ ਥੋੜਾ ਜਿਹਾ ਧਿਆਨ ਇਤਿਹਾਸ ਵੱਲ ਵੀ ਦਿਵਾਉਣਾ ਚਾਹੁੰਦਾ। ਗੁਰੂ ਸਾਹਿਬਾਨ ਨੇ ਲੰਬਾ ਸਮਾਂ ਸਮਾਜ ਵਿੱਚ ਰਹਿੰਦਿਆਂ ਸਮਾਜ ਨੂੰ ਬੜੀ ਸੋਹਣੀ ਸੇਧ ਦੇਣ ਦੀ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਔਰ ਜੋ ਸਤਿਗੁਰੂ ਸਾਹਿਬਾਨ ਨੇ ਸੇਧ ਦਿੱਤੀ ਸਮਾਜ ਨੂੰ, ਉਹ ਪੱਕੇ ਪੈਰੀਂ ਰਵੇ, ਸਦਾ ਰਵੇ। ਉਹ ਲਿਖਤੀ ਰੂਪ ਵਿੱਚ, ਬਾਣੀ ਰੂਪ ਵਿੱਚ ਵੀ ਸਾਡੇ ਕੋਲ ਸੁਰੱਖਿਅਤ ਕਰ ਦਿੱਤੀ ਕਿ ਇਹ ਲਿਖਤ ਹਮੇਸ਼ਾ ਹੀ ਤੁਹਾਡੀ ਅਗਵਾਈ ਕਰੇਗੀ ਔਰ ਇਹ ਬਾਣੀ ਤੋਂ ਤੁਸੀਂ ਹਮੇਸ਼ਾ ਸੇਧ ਲੈ ਕੇ ਇਸ ਚੰਗਿਆਈ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖਣਾ। ਪਰ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਐਸੇ ਲੋਕ ਸੀ ਜਿਹੜੇ ਹਮੇਸ਼ਾ ਬੁਰਾਈ ਨੂੰ ਆਪਣੇ ਗਲ ਲਾ ਕੇ ਰੱਖਣਾ ਚਾਹੁੰਦੇ ਸੀ, ਬੁਰਾਈ ਦੇ ਗਾਹਕ ਸੀਗੇ ਔਰ ਇੰਨੇ ਪੱਕੇ ਤਕੜੇ ਗਾਹਕ ਸੀਗੇ,
ਉਹ ਬੁਰਾਈ ਨੂੰ ਫੈਲਾਉਣਾ ਚਾਹੁੰਦੇ ਆ, ਵਧਾਉਣਾ ਚਾਹੁੰਦੇ ਆ, ਤੇ ਇਸੇ ਕਰਕੇ ਉਹ ਗੁਰੂ ਸਾਹਿਬ ਦਾ ਵੀ ਵਿਰੋਧ ਕਰਦੇ ਰਹਿੰਦੇ, ਗੁਰੂ ਸਾਹਿਬ ਨਾਲ ਵੀ ਟਕਰਾਉਂਦੇ ਆ, ਗੁਰੂ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾ ਲੈਂਦੇ ਆ, ਗੁਰੂ ਸਾਹਿਬ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੰਦੇ ਆ, ਗੁਰੂ ਸਾਹਿਬ ਜੀ ਦੇ ਪਰਿਵਾਰ ਆਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਉੱਥੋਂ ਕੱਢ ਦਿੰਦੇ ਆ, ਆਨੰਦਪੁਰ ਸਾਹਿਬ ਨੂੰ ਉਜਾੜ ਦਿੰਦੇ ਆ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੰਦੇ ਆ, ਮਾਤਾ ਜੀ ਨੂੰ ਸ਼ਹੀਦ ਕਰ ਦਿੰਦੇ ਆ। ਉਹ ਕੌਣ ਲੋਕ ਨੇ? ਉਹ ਲੋਕ ਨੇ ਜਿਹੜੇ ਕਹਿ ਲੋ ਕਿ ਬੁਰਾਈ ਦੇ, ਔਗਣਾਂ ਦੇ, ਨਿੰਦਿਆ ਚੁਗਲੀ ਦੇ, ਲੁੱਟ ਖਸੁੱਟ ਦੇ ਜਿਹੜੇ ਪੱਕੇ ਗਾਹਕ ਆ, ਤੇ ਅੱਗੇ ਹੋਰ ਵੰਡਣਾ ਚਾਹੁੰਦੇ ਆ, ਵਧਾਉਣਾ ਚਾਹੁੰਦੇ ਆ, ਜਿਹੜੇ ਚਾਹੁੰਦੇ ਆ ਕਿ ਇਹ ਕੰਮ ਖਤਮ ਨਾ ਹੋਵੇ, ਇਹ ਲੁੱਟ ਖਸੁੱਟ ਹੁੰਦੀ ਰਵੇ, ਇੱਕ ਦੂਜੇ ਨੂੰ ਮਾਰ ਕੁਟਾਈ ਹੁੰਦੀ ਰਵੇ, ਇੱਥੇ ਕਤਲ ਹੁੰਦੇ ਰਹਿਣ, ਲੋਕ ਰੋਂਦੇ ਰਹਿਣ, ਲੁੱਟੀ ਦੇ ਰਹਿਣ, ਬਰਬਾਦ ਹੁੰਦੇ ਰਹਿਣ, ਲੋਕਾਂ ਦੇ ਘਰ ਢਹਿੰਦੇ ਰਹਿਣ। ਉਹ ਹਮੇਸ਼ਾ ਇਸੇ ਤਾਂਘ ਵਿੱਚ ਰਹਿੰਦੇ ਨੇ ਕਿ ਇਹ ਹਨੇਰਾ ਪਸਰਿਆ ਰਹਿਣਾ ਚਾਹੀਦਾ। ਜਿਵੇਂ ਚੋਰ ਹੈ ਨਾ, ਹਨੇਰੇ ਦੇ ਵਿੱਚ ਚੋਰੀ ਕਰਦਾ ਹੈ, ਔਰ ਉਹਨੂੰ ਪਸੰਦ ਇਸ ਗੱਲ ਦੇ, ਹਨੇਰਾ ਇਸ ਕਰਕੇ ਪਸੰਦ ਹੈ ਕਿ ਹਨੇਰਾ ਉਹਦੀ ਪਛਾਣ ਨੂੰ ਲੁਕਾ ਕੇ ਰੱਖਦਾ ਹੈ, ਉਹਨੂੰ ਹੋਰ ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਹਨੇਰੇ ਨੇ ਉਹਦੀ ਪਛਾਣ ਨੂੰ ਲੁਕਾਇਆ ਹੋਇਆ ਹੈ। ਹਨੇਰਾ ਇੱਕ ਪਰਦਾ ਆ ਜਿਹਦੇ ਓਲੇ ਉਹ ਆਪਣੀ ਬੁਰੀ ਕਰਤੂਤ ਨੂੰ ਅੰਜਾਮ ਦੇ ਰਿਹਾ, ਔਰ ਉਹ ਹਮੇਸ਼ਾ ਚਾਹੁੰਦਾ ਹੈ ਚਾਨਣ ਨਾ ਹੋਵੇ, ਹਨੇਰਾ ਲੰਬਾ ਹੋ ਜਾਏ, ਤਾਂ ਕਿ ਮੈਂ ਵੱਧ ਤੋਂ ਵੱਧ ਕਿਸੇ ਦਾ ਨੁਕਸਾਨ ਕਰ ਸਕਾਂ, ਮੈਂ ਆਪਣੇ ਕੰਮ ਵਿੱਚ ਸਫਲ ਹੋ ਸਕਾਂ। ਉਹ ਹਨੇਰਾ ਹੀ ਚਾਹੇਗਾ, ਚਾਨਣ ਨਹੀਂ ਚਾਹੇਗਾ। ਜਿਹੜੇ ਲੋਕਾਂ ਨੂੰ ਬੁਰਾਈ ਪਸੰਦ ਹੈ ਨਾ, ਜਿਹੜੇ ਲੋਕਾਂ ਨੂੰ ਬੁਰਾਈ ਪਸੰਦ ਹੈ, ਝੂਠ ਪਸੰਦ ਹੈ, ਚੋਰੀ ਪਸੰਦ ਹੈ, ਉਹ ਕਦੀ ਨਹੀਂ ਚਾਹੁੰਦੇ ਕਿ ਸਾਡੇ ਆਲੇ ਦੁਆਲੇ 'ਚ ਕੋਈ ਏਦਾਂ ਦੀ ਹਿੱਲ-ਜੁਲ ਕਰੇ, ਇਹ ਕਵੇ ਕਿ ਬੁਰਾਈ ਮਾੜੀ ਹੈ, ਚੁਗਲੀ ਮਾੜੀ ਹੈ, ਚੋਰੀ ਮਾੜੀ ਹੈ, ਬੇਈਮਾਨੀ ਮਾੜੀ ਹੈ। ਉਹ ਕਦੀ ਨਹੀਂ ਚਾਹੇਗਾ। ਤੁਸੀਂ ਦੇਖ ਲਓ, ਜਿਹੜੇ ਬੱਚੇ ਨੂੰ ਜਾਂ ਕਿਸੇ ਪਰਿਵਾਰ ਦੇ ਜੀਅ ਨੂੰ ਝੂਠ ਬੋਲਣ ਦੀ ਆਦਤ ਹੈ, ਉਹ ਆਪਣੇ ਘਰ 'ਚ, ਆਪਣੇ ਆਲੇ ਦੁਆਲੇ 'ਚ, ਆਪਣੇ ਦੋਸਤਾਂ ਦੇ ਵਿੱਚ ਸੱਚ ਬੋਲਣ ਵਾਲੇ ਨੂੰ ਪ੍ਰਵਾਨ ਨਹੀਂ ਕਰੇਗਾ। ਉਹ ਨਹੀਂ ਪ੍ਰਵਾਨ ਕਰ, ਨੇੜੇ ਨਹੀਂ ਆਉਣ ਦੇਗਾ। ਉਹ ਕਿਹਨੂੰ ਪਸੰਦ ਕਰੇਗਾ? ਜਿਹੜੇ ਉਹਦੇ ਝੂਠ ਦੇ ਉੱਤੇ ਬੱਲੇ ਬੱਲੇ ਕਰਨ, ਜਿਹੜੇ ਉਹਦੇ ਝੂਠ ਦੇ ਉੱਤੇ ਸ਼ਾਬਾਸ਼ੇ ਦੇਣ, ਜਿਹੜੇ ਉਹਦੇ ਝੂਠ ਬੋਲਣ ਦੇ ਉੱਤੇ ਚੰਗੀ ਤਰ੍ਹਾਂ ਹੱਸਣ ਤੇ ਖੁਸ਼ ਹੋਣ, ਉਹ ਉਹਨਾਂ ਨੂੰ ਆਪਣੇ ਆਲੇ ਦੁਆਲੇ ਪਸੰਦ ਕਰੇਗਾ। ਔਰ ਜਿਹੜੇ ਤੁਹਾਨੂੰ ਝੂਠ ਤੇ ਹੱਲਾਸ਼ੇਰੀ ਦਿੰਦੇ ਨੇ ਨਾ, ਉਹ ਵੀ ਇਸੇ ਗੱਲ ਦੇ ਗਾਹਕ ਨੇ। ਉਹ ਵੀ ਮੌਕਾ ਆਉਣ ਤੇ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕਰਦੇ, ਇਸੇ ਕਰਕੇ ਉਹ ਤੁਹਾਡੀ ਵੀ ਬੱਲੇ ਬੱਲੇ ਕਰ ਰਹੇ ਨੇ। ਤੁਹਾਡੀ ਬੱਲੇ ਬੱਲੇ ਇਸ ਕਰਕੇ ਕਰਦੇ ਨੇ ਕਿ ਕੱਲ ਨੂੰ ਜਦੋਂ ਸਾਨੂੰ ਲੋੜ ਪੈਗੀ, ਉਦੋਂ ਸਾਡੀ ਵੀ ਇਹ ਬੱਲੇ ਬੱਲੇ ਕਰੇਗਾ। ਪਰ ਜਿਹੜਾ ਬੰਦਾ ਸੱਚਾਈ ਤੇ ਚੱਲਦਾ ਹੈ, ਸੱਚਾ ਹੈ, ਉਹ ਝੂਠ ਨੂੰ ਪਛਾੜਨਾ ਚਾਹੁੰਦਾ ਹੈ, ਝੂਠ ਨੂੰ ਉਹ ਕੱਢਣਾ ਚਾਹੁੰਦਾ ਹੈ, ਝੂਠ ਨੂੰ ਉਹ ਸਮਾਜ ਵਿੱਚੋਂ ਪਾਸੇ ਕਰਨਾ ਚਾਹੁੰਦਾ ਹੈ। ਉਹ ਝੂਠੇ ਬੰਦੇ ਨੂੰ ਪਸੰਦ ਨਹੀਂ ਹੋਏਗਾ। ਜਿਵੇਂ ਚੋਰ ਨੂੰ ਚਾਨਣ ਕਰਨ ਵਾਲਾ ਪਸੰਦ ਨਹੀਂ ਹੋਏਗਾ, ਚੋਰ ਨੂੰ ਤਾਂ ਹਨੇਰਾ ਹੀ ਪਸੰਦ ਹੋਏਗਾ। ਏਦਾਂ ਹੀ ਬੜੇ ਸਾਰੇ ਲੋਕ ਜਿਹੜੇ ਸਮਾਜ ਵਿੱਚ ਬੁਰਾਈ ਨੂੰ ਪੱਕਿਆਂ ਕਰਨਾ ਚਾਹੁੰਦੇ ਆ, ਬੁਰਾਈ ਦੀ ਜੜ ਇਸੇ ਤਰ੍ਹਾਂ ਹੀ ਮਜ਼ਬੂਤ ਰੱਖਣੀ ਚਾਹੁੰਦੇ ਆ। ਜਿਹੜੇ ਲੋਕਾਂ ਨੂੰ ਲੁੱਟਣ ਦੇ ਚਾਹਵਾਨ ਸੀ, ਕੁਰਾਏ ਪਾ ਕੇ ਰੱਖਣ ਦੇ ਚਾਹਵਾਨ ਸੀ, ਲੋਕਾਂ ਨੂੰ ਅਗਿਆਨਤਾ 'ਚ ਧੱਕ ਕੇ ਰੱਖਣ ਦੇ ਚਾਹਵਾਨ ਸੀ, ਜਿਹੜੇ ਲੋਕ ਚਾਹੁੰਦੇ ਸੀ ਲੋਕ ਜਾਤਾਂ ਪਾਤਾਂ 'ਚ ਪਏ ਰਹਿਣ ਤੇ ਏਦਾਂ ਲੜਦੇ ਰਹਿਣ, ਲੋਕਾਂ ਦੇ ਵਿੱਚ ਵਿਤਕਰੇ ਪਏ ਰਹਿਣ, ਏਦਾਂ ਹੀ ਇੱਕ ਦੂਜੇ ਨਾਲ ਖਹਿੰਦੇ ਰਹਿਣ, ਲੜਦੇ ਰਹਿਣ। ਜਿਹੜੇ ਚਾਹੁੰਦੇ ਸੀ ਲੋਕਾਂ ਨੂੰ ਸਮਝ ਨਾ ਆਵੇ, ਅਗਿਆਨਤਾ ਦੇ ਵਿੱਚ ਇਹ ਪਏ ਰਹਿਣ, ਧੱਕੇ ਖਾਂਦੇ ਰਹਿਣ, ਏਦਾਂ ਹੀ ਲੁੱਟ ਕਰਵਾਉਂਦੇ ਰਹਿਣ, ਅਗਿਆਨਤਾ ਦੇ ਵਿੱਚ ਪਏ ਹੋਏ।
ਜਿਹੜੇ ਲੋਕ ਦੂਜਿਆਂ ਨੂੰ ਹਮੇਸ਼ਾ ਗੁਲਾਮ ਬਣਾ ਕੇ ਰੱਖਣ ਦੇ ਚਾਹਵਾਨ ਸੀ, ਉਹ ਕਦੋਂ ਚਾਹਣਗੇ? ਉਹ ਨਹੀਂ ਚਾਹੁੰਦੇ ਲੋਕਾਂ ਨੂੰ ਗਿਆਨ ਆ ਜਾਏ, ਉਹ ਨਹੀਂ ਚਾਹੁੰਦੇ ਲੋਕ ਜਾਤ ਪਾਤ ਵਿੱਚੋਂ ਨਿਕਲ ਜਾਣ, ਉਹ ਨਹੀਂ ਚਾਹੁੰਦੇ ਲੋਕ ਭੁਲੇਖਿਆਂ ਚੋਂ ਭਰਮਾਂ ਚੋਂ ਨਿਕਲ ਜਾਣ, ਉਹ ਨਹੀਂ ਚਾਹੁੰਦੇ ਲੋਕਾਂ ਦੀਆਂ ਅੱਖਾਂ ਖੁੱਲ ਜਾਣ, ਉਹ ਨਹੀਂ ਚਾਹੁੰਦੇ ਲੋਕ ਗੁਲਾਮੀ ਵਿੱਚੋਂ ਨਿਕਲ ਜਾਣ। ਉਹ ਤਾਂ ਸਾਨੂੰ ਪਸ਼ੂਆਂ ਦੀ ਤਰ੍ਹਾਂ ਰੱਖਣਾ ਚਾਹੁੰਦੇ ਆ। ਰੋਟੀ ਪਾਣੀ ਖਾਈ ਜਾਓ, ਰੋਟੀ ਪਾਣੀ ਤੁਹਾਨੂੰ ਮਿਲਦਾ ਰਹੇਗਾ, ਬਾਕੀ ਹਿੰਮਤ ਨਾ ਕਰੋ। ਔਰ ਬੜੀਆਂ ਸਾਰੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਸਮਾਜਿਕ ਤੌਰ ਤੇ ਹਮੇਸ਼ਾ ਹੀ ਮਾਰੂ ਸਾਬਤ ਹੋਈਆਂ ਨੇ, ਮਾਰੂ ਰਹੀਆਂ ਨੇ, ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਗੱਲਾਂ ਨੇ ਸਾਡੇ ਸਮਾਜ ਨੂੰ ਹਮੇਸ਼ਾ ਬਰਬਾਦ ਕੀਤਾ ਆ। ਗੁਰੂ ਸਾਹਿਬ ਨੇ ਲੰਬਾ ਸਮਾਂ ਲਾ ਕੇ ਉਹਨਾਂ ਨੂੰ ਕੱਢਿਆ, ਔਰ ਬੁਰਾਈ ਦੇ ਜਿਹੜੇ ਚਾਹਵਾਨ ਬੰਦੇ ਸੀਗੇ ਉਹਨਾਂ ਨੇ ਗੁਰੂ ਸਾਹਿਬ ਦਾ ਵਿਰੋਧ ਵੀ ਕੀਤਾ ਔਰ ਸ਼ਹੀਦੀਆਂ ਤੱਕ ਵੀ ਲੈ ਕੇ ਗਏ। ਪਰ ਗੁਰੂ ਸਾਹਿਬ ਨੇ ਸਚਾਈ ਦਾ ਪੱਲਾ ਨਹੀਂ ਛੱਡਿਆ, ਚੰਗਿਆਈ ਦਾ ਪੱਲਾ ਨਹੀਂ ਛੱਡਿਆ। ਉਹ ਹਮੇਸ਼ਾ ਧਰਮ ਦੇ ਰਾਹ ਤੇ ਚੱਲਦੇ ਰਹੇ। ਉਹਨਾਂ ਨੇ ਹਮੇਸ਼ਾ ਸਮਾਜ ਨੂੰ ਚੰਗੀ ਅਗਵਾਈ ਦਿੱਤੀ, ਸਮਾਜ ਦੀ ਬਾਹ ਫੜ ਕੇ ਰੱਖੀ, ਔਰ ਸਮਾਜ ਨੂੰ, ਪੂਰੇ ਸਮਾਜ ਨੂੰ ਜਾਤ ਪਾਤ, ਅਗਿਆਨਤਾ, ਭੁਲੇਖਿਆਂ ਚੋਂ, ਗੁਲਾਮੀ ਚੋਂ ਸਤਿਗੁਰੂ ਸਾਹਿਬਾਨ ਨੇ ਬਾਹਰ ਕੱਢ ਲਿਆ, ਬਾਹਰ ਕੱਢ ਲਿਆ। ਲੋਕਾਂ ਨੂੰ ਇੰਨਾ ਗਿਆਨ ਦਿੱਤਾ, ਲੋਕਾਂ ਨੂੰ ਇੰਨੀ ਸਮਝ ਦਿੱਤੀ, ਲੋਕਾਂ ਦੇ ਅੰਦਰ ਇੰਨੀ ਦਲੇਰੀ ਭਰੀ, ਲੋਕਾਂ ਦੇ ਅੰਦਰ ਇੰਨੀ ਸੇਵਾ ਭਾਵਨਾ ਭਰੀ, ਲੋਕਾਂ ਦੇ ਅੰਦਰ ਜਿਹੜੀ ਗੁਣਾਂ ਦੀ ਗੱਲ ਆ ਉਹ ਇੰਨੀ ਉੱਚੀ ਕਰ ਦਿੱਤੀ। ਔਰ ਅੱਜ ਅਸੀਂ ਉਹਨਾਂ ਨੂੰ ਹੀ ਯਾਦ ਕਰਦੇ ਹਾਂ ਤੇ ਨਮਸਕਾਰ ਕਰਦੇ ਹਾਂ, ਜਿਹੜੇ ਬੁਰਾਈ ਦੇ ਗਾਹਕ ਸੀਗੇ, ਜਿਨ੍ਹਾਂ ਨੇ ਚੰਗਿਆਈ ਦਾ ਰਾਹ ਰੋਕਣ ਲਈ ਯਤਨ ਕੀਤਾ। ਉਹਨਾਂ ਨੂੰ ਕੋਈ ਨਹੀਂ ਜਾਣਦਾ, ਉਹ ਸਾਡੇ ਰੋਲ ਮਾਡਲ ਨਹੀਂ ਹਨ। ਸਾਡੇ ਰੋਲ ਮਾਡਲ ਗੁਰੂ ਸਾਹਿਬਾਨ ਹਨ, ਸਾਡੇ ਰੋਲ ਮਾਡਲ ਉਹ ਸਿੱਖ ਹਨ ਜਿਨ੍ਹਾਂ ਨੇ ਗੁਰੂ ਦੇ ਚਲਾਏ ਰਾਹ ਤੇ ਕਦਮ ਕਦਮ ਚੱਲਦਿਆਂ ਆਪਣੇ ਜੀਵਨ ਨੂੰ ਸਫਲ ਕੀਤਾ। ਅੱਜ ਅਸੀਂ ਉਹਨਾਂ ਗੁਰਸਿੱਖਾਂ ਨੂੰ ਨਮਸਕਾਰ ਕਰਦੇ ਹਾਂ, ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਸਚਾਈ ਤੇ ਚੱਲਦਿਆਂ, ਧਰਮ ਦੇ ਰਾਹ ਤੇ ਚੱਲਦਿਆਂ ਜੀਵਨ ਦੀਆਂ ਬਾਜ਼ੀਆਂ ਲਾ ਦਿੱਤੀਆਂ। ਉਹਨਾਂ ਨੂੰ ਯਾਦ ਕਰਦੇ। ਬੁਰਾਈ ਵਾਲੇ ਨੂੰ ਕੌਣ ਯਾਦ ਕਰਦਾ? ਬੁਰਾਈ ਵਾਲੇ ਨੂੰ ਕੋਈ ਯਾਦ ਨਹੀਂ ਕਰਦਾ। ਔਰ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ, ਤੁਸੀਂ ਆਪਣਾ ਸਮਾਂ, ਜਿਵੇਂ ਇਹ ਹੁਣ ਹਾਲਾਤ ਕਰੋਨੇ ਕਰਕੇ ਇਦਾਂ ਦੇ ਬਣੇ, ਫਿਰ ਵੀ ਤੁਸੀਂ ਆਪਣੇ ਵੱਲੋਂ ਜਿੱਥੇ ਵੀ ਬੈਠੇ ਹੋ, ਦੂਰ ਦਰਾਡੇ ਤੋਂ, ਵੱਖਰੇ ਵੱਖਰੇ ਥਾਵਾਂ ਤੋਂ ਤੁਸੀਂ ਇਸ ਮਾਧਿਅਮ ਦੇ ਰਾਹੀਂ ਕੋਸ਼ਿਸ਼ ਕਰਦੇ ਹੋ, ਜੁੜਦੇ ਹੋ ਇੱਕ ਦੂਜੇ ਦੇ ਨਾਲ, ਔਰ ਇੱਕ ਦੂਜੇ ਨਾਲ ਜੁੜ ਕੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ, ਔਰ ਬਹੁਤ ਸਾਰੇ ਹੋਰ ਵੀਰ ਭੈਣਾਂ ਤੁਹਾਡੇ ਨਾਲ ਜਿਹੜੀ ਚੰਗੇ ਪੱਖ ਤੋਂ ਜਾਂ ਵੱਖ-ਵੱਖ ਕੰਮ ਆਉਣ ਵਾਲੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਇਸ ਮਾਧਿਅਮ ਦੇ ਰਾਹੀਂ ਕਰਦੇ ਆ, ਤੇ ਤੁਸੀਂ ਸਾਰੇ ਜੁੜਦੇ ਹੋ, ਸਮਾਂ ਕੱਢਦੇ ਹੋ। ਤਾਂ ਇਹਦਾ ਮਤਲਬ ਇਹੋ ਹੀ ਹੈ ਕਿ ਅਸੀਂ ਚੰਗਿਆਈ ਨੂੰ ਲੈ ਕੇ ਚੱਲਣਾ ਚਾਹੁੰਦੇ ਹਾਂ, ਚੰਗਿਆਈ ਨੂੰ ਸਮਾਜ ਵਿੱਚ ਲਾਗੂ ਕਰਨਾ ਚਾਹੁੰਦੇ ਹਾਂ, ਬੁਰਾਈ ਨੂੰ ਸਮਾਜ ਵਿੱਚੋਂ ਕੱਢਣਾ ਚਾਹੁੰਦੇ ਹਾਂ, ਸਮਾਜ ਵਿੱਚ ਉਹ ਗੱਲਾਂ ਲੈ ਕੇ ਆਉਣੀਆਂ ਚਾਹੁੰਦੇ ਹਾਂ ਜਿਹੜੀਆਂ ਹਮੇਸ਼ਾ ਹੀ ਸਾਰਿਆਂ ਦੇ ਭਲੇ ਵਿੱਚ ਹੋਣ, ਕੋਈ ਕਿਸੇ ਦਾ ਨੁਕਸਾਨ ਨਾ ਕਰੇ, ਸਾਰੇ ਇੱਕ ਦੂਜੇ ਨਾਲ ਚੰਗੇ ਤਰੀਕੇ ਨਾਲ ਰਹਿਣ, ਸਾਰੇ ਇੱਕ ਦੂਜੇ ਦੀ ਕਦਰ ਕਰਨ, ਸਾਰੇ ਇੱਕ ਦੂਜੇ ਦੇ ਜਿਹੜੇ ਵਿਚਾਰ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ। ਅਸੀਂ ਇਦਾਂ ਦਾ ਮਾਹੌਲ ਸਿਰਜਣਾ ਚਾਹੁੰਦੇ, ਇਸੇ ਕਰਕੇ ਸਾਰੇ ਜੁੜਦੇ ਹਾਂ ਨਾ। ਤੇ ਜੇ ਆਪਾਂ ਮੰਨ ਲਓ ਵੀ ਇਦਾਂ ਜੁੜਦੇ ਵੀ ਆ, ਪੜ੍ਹਦੇ ਵੀ ਆ, ਸੁਣਦੇ ਵੀ ਆ, ਸਭ ਕੁਝ ਹੁੰਦਾ ਆ, ਪਰ ਫਿਰ ਵੀ ਆਪਾਂ ਇਹ ਸਾਰਾ ਸੁਣ ਕੇ, ਸਮਝ ਕੇ, ਸਮਾਂ ਕੱਢ ਕੇ ਤੇ ਫਿਰ ਆਪਾਂ ਬੁਰਾਈ ਵੱਲ ਜਾਂਦੇ ਆ, ਝੂਠ ਬੋਲਦੇ ਆ, ਚੋਰੀ ਕਰਦੇ ਆ, ਠੱਗੀ ਮਾਰਦੇ ਆ, ਜਾਨੀ ਉਹ ਝਗੜੇ ਵਾਲਾ ਸਿਲਸਿਲਾ ਫਿਰ ਆਪਾਂ ਆਪਣਾ ਹੀ ਰੱਖਦੇ ਆ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਸਮਾਜ ਵਿੱਚੋਂ ਕੱਢਣਾ ਹੀ ਨਹੀਂ ਚਾਹੁੰਦੇ, ਆਪਣੇ ਜੀਵਨ ਚੋਂ ਹੀ ਨਹੀਂ ਕੱਢਣਾ ਚਾਹੁੰਦੇ, ਸਮਾਜ ਵਿੱਚੋਂ ਕਿੱਦਾਂ ਨਿਕਲੇ? ਤਾਂ ਫਿਰ ਇਹ ਸਾਡਾ ਪੜ੍ਹਿਆ ਸੁਣਿਆ ਕਿਹੜੇ ਅਰਥ ਹੋਏਗਾ? ਆਪਾਂ ਸਾਰੇ ਬਾਣੀ ਨੂੰ ਨਮਸਕਾਰ ਕਰਦੇ ਹਾਂ। ਗੁਰਬਾਣੀ ਨੂੰ ਨਮਸਕਾਰ ਕਰਨ ਵਾਲੇ, ਗੁਰਬਾਣੀ ਨੂੰ ਪੜ੍ਹਨ ਵਾਲੇ, ਗੁਰਬਾਣੀ ਨੂੰ ਸੁਣਨ ਵਾਲੇ
ਉਹ ਬੁਰਾਈ ਦੇ ਗਾਹਕ ਨਹੀਂ ਚਾਹੀਦੇ, ਉਹ ਬੁਰਾਈ ਦੇ ਰਾਹ ਤੇ ਚੱਲਣ ਵਾਲੇ ਨਹੀਂ ਚਾਹੀਦੇ, ਉਹ ਚੰਗਿਆਈ ਦਾ ਸਮਰਥਨ ਕਰਨ ਵਾਲੇ ਚਾਹੀਦੇ ਆ। ਉਹ ਗੁਣਾਂ ਦੇ ਸਮਰਥਕ ਚਾਹੀਦੇ ਆ, ਔਗਣਾਂ ਦੇ ਸਮਰਥਕ ਨਹੀਂ ਚਾਹੀਦੇ। ਜਿਹੜੇ ਬਾਣੀ ਨੂੰ ਨਮਸਕਾਰ ਕਰਨ ਵਾਲੇ ਆ ਉਹ ਗੁਣਾਂ ਦੇ ਸਮਰਥਕ ਹੋਣ, ਔਗਣਾਂ ਦੇ ਸਮਰਥਕ ਨਹੀਂ। ਉਹ ਬੁਰਾਈ ਦੇ ਸਮਰਥਕ ਨਹੀਂ, ਚੰਗਿਆਈ ਦੇ ਸਮਰਥਕ ਹੋਣੇ ਚਾਹੀਦੇ ਆ। ਔਰ ਮੈਂ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੋਰ ਤੁਹਾਡੇ ਨਾਲ ਸਾਂਝਾ ਕਰਦਾ। ਕਿੰਨੀ ਪਿਆਰੀ ਬਾਤ ਹੈ। ਭਗਤ ਕਬੀਰ ਸਾਹਿਬ ਜੀ ਨੇ ਆਪਣੇ ਇੱਕ ਸ਼ਲੋਕ ਦੇ ਵਿੱਚ ਬਹੁਤ ਸੋਹਣੇ ਬੋਲ ਰੱਖੇ। ਉਹ ਕਹਿੰਦੇ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੇ। ਹਾਥ ਦੀਪ, ਹੱਥ ਵਿੱਚ ਦੀਵਾ, ਚਾਨਣ, ਬੈਟਰੀ, ਕੁਛ ਵੀ ਲਾ ਲਓ। ਕੂਏ ਪਰੇ, ਖੂਹ ਵਿੱਚ ਡਿੱਗ ਰਿਹਾ, ਹੱਥ ਵਿੱਚ ਚਾਨਣ ਲੈ ਕੇ ਖੂਹ ਵਿੱਚ ਡਿੱਗ ਰਿਹਾ, ਕਾਹੇ ਕੀ ਕੁਸ਼ਲਾਤ। ਇਹਨੂੰ ਕੋਈ ਸਿਆਣਪ ਥੋੜਾ ਕਿਹਾ ਜਾ ਸਕਦਾ, ਇਹਨੂੰ ਕੋਈ ਭਲੀ ਬਾਤ ਥੋੜਾ ਕਿਹਾ ਜਾ ਸਕਦਾ। ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੈ। ਮਨ ਸਮਝਦਾ ਸਾਰਾ ਕੁਛ ਹੈ, ਮਨ ਜਾਣਕਾਰੀ ਸਾਰੀ ਰੱਖਦਾ ਹੈ, ਪਰ ਕਮਾਲ ਦੀ ਗੱਲ ਹੈ ਵੀ ਸਭ ਕੁਝ ਜਾਣਦਾ ਹੋਇਆ, ਸਮਝਦਾ ਹੋਇਆ, ਫਿਰ ਵੀ ਬੁਰਾਈ ਕਰੀ ਜਾ ਰਿਹਾ ਹੈ, ਫਿਰ ਵੀ ਬੁਰਾਈ ਕਰੀ ਜਾ ਰਿਹਾ ਹੈ, ਝੂਠ ਬੋਲੀ ਜਾ ਰਿਹਾ ਹੈ, ਬੇਈਮਾਨੀ ਕਰ ਰਿਹਾ ਹੈ, ਚੋਰੀ ਕਰ ਰਿਹਾ ਹੈ, ਠੱਗੀ ਕਰ ਰਿਹਾ ਹੈ, ਫਿਰ ਵੀ ਕਰ ਰਿਹਾ ਹੈ। ਭਾਈ ਕਾਹਦੀ ਸਿਆਣਪ ਹੈ? ਹੱਥ ਵਿੱਚ ਦੀਵਾ ਲੈ ਕੇ ਖੂਹ 'ਚ ਡਿੱਗਣਾ ਸਿਆਣਪ ਨਹੀਂ ਆਖੀ ਜਾ ਸਕਦੀ। ਕੌਣ ਸਿਆਣਾ ਆਖੇਗਾ? ਹੱਥ ਵਿੱਚ ਦੀਵਾ ਲੈ ਕੇ ਖੂਹ 'ਚ ਡਿੱਗਣ ਵਾਲੇ ਨੂੰ ਸਿਆਣਾ ਨਹੀਂ ਕਿਹਾ ਜਾਂਦਾ। ਔਰ ਥੋੜਾ ਜਿਹਾ ਇਸ ਪਾਸੇ ਜ਼ਰੂਰ, ਬੱਚੇ ਵੀ ਆ, ਤੁਸੀਂ ਬੱਚਿਓ ਧਿਆਨ ਜ਼ਰੂਰ ਇਸ ਪਾਸੇ ਦੇਣਾ। ਹੱਥ ਵਿੱਚ ਦੀਵਾ ਲੈ ਕੇ ਖੂਹ 'ਚ ਡਿੱਗਣਾ ਸਿਆਣਪ ਨਹੀਂ ਹੈ। ਔਰ ਤੁਹਾਡੇ ਸਕੂਲਾਂ ਦੀਆਂ ਕੰਧਾਂ ਤੇ ਇਹ ਲਾਈਨਾਂ ਜ਼ਰੂਰ ਲਿਖੀਆਂ, ਤੁਸੀਂ ਪੜ੍ਹੀਆਂ ਵੀ ਹੋਣਗੀਆਂ, ਫੈਲੇ ਵਿਦਿਆ ਚਾਨਣ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਲਿਖਿਆ ਹੈ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਔਰ ਅਸੀਂ ਪੜ੍ਹਦੇ ਹਾਂ, ਸਕੂਲ 'ਚ ਪੜ੍ਹਦੇ ਹਾਂ, ਫੀਸਾਂ ਵੀ ਦੇ ਰਹੇ ਹਾਂ, ਸਮਾਂ ਵੀ ਦੇ ਰਹੇ ਹਾਂ। ਫੀਸਾਂ ਵੀ ਦੇ ਰਹੇ ਹਾਂ ਤੇ ਸਮਾਂ ਵੀ ਦੇ ਰਹੇ ਹਾਂ। ਫੀਸਾਂ ਦੇ ਕੇ, ਸਮਾਂ ਦੇ ਕੇ ਸਕੂਲਾਂ 'ਚ ਪੜ੍ਹਦੇ ਹਾਂ, ਜਿਹੜੀ ਪੜ੍ਹਾਈ ਕੀਤੀ ਉਹ ਪੜ੍ਹਾਈ ਕਰਕੇ ਜੇ ਫੇਰ ਵੀ ਕਿਸੇ ਦੀ ਲੁੱਟ ਕਰਨੀ ਆ, ਕਿਸੇ ਨਾਲ ਝੂਠ ਬੋਲਣਾ ਆ, ਕਿਸੇ ਦੀ ਚੋਰੀ ਕਰਨੀ ਆ, ਕਿਸੇ ਨਾਲ ਧੱਕਾ ਕਰਨਾ ਆ, ਤੇ ਕੀ ਇਹ ਸ਼ਲੋਕ ਸਾਡੇ ਤੇ ਨਹੀਂ ਲੱਗਦਾ ਵੀ ਹਾਥ ਦੀਪ ਕੂਏ ਪਰੇ? ਹੱਥ ਵਿੱਚ ਦੀਵਾ ਲੈ ਕੇ, ਚਾਨਣ ਲੈ ਕੇ ਤੁਸੀਂ ਖੂਹ 'ਚ ਡਿੱਗ ਰਹੇ ਹੋ। ਜੇ ਪੜ੍ਹਾਈ ਕਰਕੇ, ਪੜ੍ਹ ਲਿਖ ਕੇ ਸਮਾਂ ਵੀ ਦਿੱਤਾ, ਫੀਸ ਵੀ ਤਾਰੀ, ਔਰ ਪੜ੍ਹਾਈ ਕਰਕੇ ਤੁਸੀਂ ਫਿਰ ਵੀ ਜਾਤ ਪਾਤ, ਛੂਆ ਛੂਤ ਤੁਸੀਂ ਉਹਦੇ ਵਿੱਚ ਜਕੜੇ ਹੋਏ ਹੋ, ਕੀ ਹਾਥ ਦੀਪ ਕੂਏ ਪਰੇ ਵਾਲੀ ਗੱਲ ਨਹੀਂ ਹੈ? ਸਕੂਲ 'ਚ ਪੜ੍ਹਦੇ ਹਾਂ, ਸਕੂਲ ਦੀ ਪੜ੍ਹਾਈ ਕਰਦੇ ਹਾਂ, ਤੁਸੀਂ ਪੜ੍ਹ ਵੀ ਰਹੇ ਹੋ, ਫੀਸਾਂ ਵੀ ਤਾਰ ਰਹੇ ਹੋ, ਸਮਾਂ ਵੀ ਲਾ ਰਹੇ ਹੋ, ਫਿਰ ਵੀ ਵਹਿਮਾਂ ਭਰਮਾਂ 'ਚ ਪਏ ਹੋਏ ਹੋ। ਕੀ ਇਹ ਹਾਥ ਦੀਪ ਕੂਏ ਪਰੇ ਵਾਲੀ ਗੱਲ ਨਹੀਂ ਹੈ ਵੀ ਤੁਸੀਂ ਪੜ੍ਹ ਲਿਖ ਕੇ ਸਮਝ ਕੇ ਵੀ ਫਿਰ ਵਹਿਮਾਂ ਭਰਮਾਂ 'ਚ ਪਏ ਹੋਏ ਹੋ? ਸਕੂਲ ਦੀ ਪੜ੍ਹਾਈ ਕਰਦੇ ਆ, ਤੁਸੀਂ ਫਿਰ ਵੀ ਅਨਡਿਸਿਪਲਿਨ ਹੁੰਦੇ ਹੋ, ਡਿਸਿਪਲਿਨ ਦੀ ਉਲੰਘਣਾ ਕਰਦੇ ਹੋ, ਤੁਸੀਂ ਆਪਣੇ ਮਰਜ਼ਾਦਾ ਨੂੰ ਭੰਗ ਕਰਦੇ ਹੋ। ਕੀ ਇਹ ਹਾਥ ਦੀਪ ਕੂਏ ਪਰੇ ਵਾਲੀ ਗੱਲ ਨਹੀਂ ਹੈ? ਕਿ ਚੰਗਿਆਈ ਕਿੱਥੇ ਗਈ? ਕੀ ਇਹ ਕਰਮਕਾਂਡ ਨਹੀਂ ਬਣ ਜਾਏਗਾ ਵੀ ਅਸੀਂ ਫਾਰਮੈਲਿਟੀ ਵੀ ਕਰ ਲਈ ਆ, ਪੜ੍ਹ ਵੀ ਲਿਆ, ਸਕੂਲ ਵੀ ਜਾ ਆਏ, ਹਾਜ਼ਰੀ ਲੱਗ ਗਈ ਆ, ਲੇਕਿਨ ਕਰਨਾ ਅਸੀਂ ਆਪਣੀ ਮਰਜ਼ੀ ਦਾ ਹੀ ਮਸਲਾ ਆ, ਰਹਿਣਾ ਅਸੀਂ ਉੱਥੇ ਹੀ ਆ ਜੋ ਸਾਡੀ ਸੋਚ ਕਹਿੰਦੀ ਆ, ਜੋ ਸਾਨੂੰ ਆਲਾ ਦੁਆਲਾ ਕਹਿੰਦਾ ਆ, ਅਸੀਂ ਇਹਦੇ ਚੋਂ ਨਿਕਲਣਾ ਨਹੀਂ ਚਾਹੁੰਦੇ, ਅਸੀਂ ਉੱਥੇ ਕੀ ਰਹਿਣਾ ਚਾਹੁੰਦੇ ਆ, ਉਹਦੇ ਵਿੱਚ ਹੀ ਫਸੇ ਰਹਿਣਾ ਚਾਹੁੰਦੇ ਆ। ਕੀ
ਸਾਨੂੰ ਪੜ੍ਹਾਈ ਇਹ ਕਹਿੰਦੀ ਆ? ਨਹੀਂ ਨਾ ਕਹਿੰਦੀ। ਅਸੀਂ ਇਸ ਲਈ ਪੜ੍ਹ ਰਹੇ ਹਾਂ ਕਿ ਦੂਜਿਆਂ ਨੂੰ ਅਸੀਂ ਲੁੱਟੀਏ, ਦੂਜਿਆਂ ਨੂੰ ਅਸੀਂ ਕੁੱਟੀਏ? ਕੀ ਪੜ੍ਹਾਈ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਅੱਗੇ ਨੌਕਰੀ ਕਰੀਏ, ਜਿੱਥੇ ਵੀ ਨੌਕਰੀ ਕਰੀਏ ਉੱਥੇ ਅਸੀਂ ਰਿਸ਼ਵਤਖੋਰੀ ਕਰੀਏ? ਅਸੀਂ ਇਸ ਲਈ ਪੜ੍ਹਾਈ ਕਰ ਰਹੇ ਹਾਂ? ਕੀ ਪੜ੍ਹਾਈ ਅਸੀਂ ਇਸ ਲਈ ਕਰ ਰਹੇ ਹਾਂ ਕਿ ਅਸੀਂ ਪੜ੍ਹ ਲਿਖ ਕੇ ਦੂਜਿਆਂ ਨਾਲ ਧੋਖਾ ਕਰਿਆ ਕਰੀਏ? ਨਹੀਂ ਇਸ ਲਈ ਕਰ ਰਹੇ ਨਾ। ਪੜ੍ਹਾਈ ਲਿਖਾਈ ਧੋਖੇ ਕਰਨ ਲਈ, ਝੂਠ ਬੋਲਣ ਲਈ, ਰਿਸ਼ਵਤਖੋਰੀ ਕਰਨ ਲਈ, ਬੇਈਮਾਨੀ ਕਰਨ ਲਈ ਇਹ ਪੜ੍ਹਾਈ ਲਿਖਾਈ ਨਹੀਂ ਹੈ। ਪੜ੍ਹਾਈ ਲਿਖਾਈ ਚੰਗਿਆਈ ਲਈ ਹੈ, ਪੜ੍ਹਾਈ ਲਿਖਾਈ ਭਲੇ ਲਈ ਹੈ, ਪੜ੍ਹਾਈ ਲਿਖਾਈ ਗੁਣਾਂ ਲਈ ਆ, ਪੜ੍ਹਾਈ ਲਿਖਾਈ ਆਪਣਾ ਕਿਰਦਾਰ ਉੱਚਾ ਕਰਨ ਲਈ ਆ, ਨੀਵਾਂ ਕਰਨ ਲਈ ਨਹੀਂ। ਪੜ੍ਹਾਈ ਲਿਖਾਈ ਕੁਝ ਸਵਾਰਨ ਲਈ ਆ, ਵਿਗਾੜਨ ਲਈ ਨਹੀਂ। ਜੇ ਪੜ੍ਹ ਲਿਖ ਕੇ ਡਾਕਟਰ ਬਣ ਕੇ, ਪੜ੍ਹ ਲਿਖ ਕੇ ਪੁਲਿਸ ਵਿੱਚ ਭਰਤੀ ਹੋ ਕੇ, ਪੜ੍ਹ ਲਿਖ ਕੇ ਕਿਸੇ ਵੀ ਅਹੁਦੇ ਤੇ ਬੈਠ ਕੇ, ਸਰਕਾਰੀ ਜਾਂ ਪ੍ਰਾਈਵੇਟ ਅਹੁਦੇ ਦੇ ਵਿੱਚ ਕੰਮ ਕਰਦੇ ਆ, ਜੇ ਅਸੀਂ ਬੁਰਾਈ ਹੀ ਗਲ ਲਾ ਕੇ ਰੱਖਣੀ ਆ, ਜੇ ਅਸੀਂ ਬੁਰਾਈ ਦਾ ਹੀ ਫੈਲਾਅ ਕਰਨਾ ਹੈ, ਤਾਂ ਫਿਰ ਕਾਹਦੀ ਪੜ੍ਹਾਈ ਲਿਖਾਈ? ਫਿਰ ਇੱਕ ਵਾਰੀ ਸ਼ਲੋਕ ਪੜ੍ਹ ਸਕਦੇ ਹੋ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਭਰੇ। ਹੱਥ ਵਿੱਚ ਦੀਵਾ ਲੈ ਕੇ ਖੂਹ 'ਚ ਡਿੱਗਣਾ, ਇਹਨੂੰ ਸਿਆਣਪ ਨਹੀਂ ਕਿਹਾ ਜਾਂਦਾ, ਇਹਨੂੰ ਸਿਆਣਪ ਨਹੀਂ ਕਿਹਾ ਜਾਂਦਾ। ਤੇ ਹੱਥ ਵਿੱਚ ਦੀਵਾ ਲੈ ਕੇ, ਚਾਨਣ ਲੈ ਕੇ, ਜਿਹੜਾ ਅੱਖਾਂ ਹੁੰਦਿਆਂ ਹੋਇਆਂ ਹੱਥ ਵਿੱਚ ਦੀਵਾ ਲੈ ਕੇ ਫਿਰ ਖੂਹ 'ਚ ਡਿੱਗ ਰਿਹਾ, ਠੇਡਾ ਖਾ ਰਿਹਾ, ਕੰਧ 'ਚ ਵੱਜ ਰਿਹਾ, ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਚੜ੍ਹਦਾ, ਤੇ ਗੁਰੂ ਕਿਵੇਂ ਪ੍ਰਵਾਨ ਕਰੇਗਾ? ਤੁਸੀਂ ਵੇਖੋ, ਜਿਹੜੇ ਬੰਦੇ ਦੀਆਂ ਅੱਖਾਂ ਖੁੱਲੀਆਂ ਆ, ਚੱਲ ਰਿਹਾ ਆ, ਚਾਨਣ ਉਹਦੇ ਕੋਲ ਆ, ਪਰ ਉਹ ਫਿਰ ਵੀ ਕਿਸੇ ਕੰਧ 'ਚ ਵੱਜੇ, ਲੋਕੀ ਕਹਿਣਗੇ ਕਿੰਨਾ ਪਾਗਲ ਆ, ਖੁੱਲੀਆਂ ਅੱਖਾਂ, ਚਾਨਣ ਹੁੰਦਿਆਂ ਹੋਇਆਂ ਕੰਧ 'ਚ ਵੱਜ ਗਏ। ਕੋਈ ਨਹੀਂ ਵੱਜਦਾ ਕੰਧ 'ਚ, ਪਰ ਜੇ ਅੱਖਾਂ ਖੁੱਲੀਆਂ, ਚਾਨਣ ਹੁੰਦਿਆਂ ਕੰਧ 'ਚ ਵੱਜੇ, ਕੀ ਕਹਿਣਗੇ ਲੋਕ? ਪਾਗਲ ਆ। ਜੇ ਕਿਸੇ ਦੀਆਂ ਅੱਖਾਂ ਨਹੀਂ, ਅੰਨਾ ਬੰਦਾ ਹੈ, ਉਹਦੀ ਨਿਗਾਹ ਨਹੀਂ, ਉਹਨੂੰ ਮਾੜਾ ਜਿਹਾ ਵੀ ਠੇਡਾ ਲੱਗੇ, ਲੋਕ ਉਹਦੇ ਨਾਲ ਹਮਦਰਦੀ ਕਰਦੇ ਆ, ਵਿਚਾਰੇ ਨੂੰ ਦਿਸਦਾ ਨਹੀਂ, ਵਿਚਾਰੇ ਨੂੰ ਪਤਾ ਨਹੀਂ ਲੱਗਾ, ਵਿਚਾਰੇ ਨੂੰ ਠੇਡਾ ਲੱਗ ਗਿਆ, ਉਹਦੀ ਮਦਦ ਕਰਦੇ ਆ, ਉਹਦਾ ਹੱਥ ਫੜਨਗੇ, ਉਹਨੂੰ ਉਹਦੀ ਮੰਜ਼ਿਲ ਵੱਲ ਲੈ ਕੇ ਜਾਣਗੇ, ਉਹ ਤੇ ਤਰਸ ਕਰਨਗੇ। ਵਿਚਾਰੇ ਦੀ ਕੋਲ ਅੱਖਾਂ ਨਹੀਂ, ਵਿਚਾਰੇ ਨੂੰ ਪਤਾ ਨਹੀਂ ਲੱਗਾ, ਵਿਚਾਰੇ ਨੂੰ ਦਿਸਦਾ ਨਹੀਂ। ਪਰ ਜਿਹਨੂੰ ਦਿਸਦਾ ਆ, ਜਿਹਦੇ ਕੋਲ ਅੱਖਾਂ ਆ, ਜਿਹਦੇ ਕੋਲ ਚਾਨਣ ਵੀ ਆ, ਉਹਦੇ ਤੇ ਤਰਸ ਨਹੀਂ ਕਰਨਗੇ, ਉਹਨੂੰ ਉਲਾਂਭਾ ਦੇਣਗੇ, ਉਹਨੂੰ ਉਲਾਂਭਾ ਦੇਣਗੇ। ਇਹ ਕੀ ਕੀਤਾ ਹੈ? ਤੈਨੂੰ ਦਿਸਿਆ ਨਹੀਂ, ਤੈਨੂੰ ਨਜ਼ਰ ਨਹੀਂ ਆਇਆ, ਤੈਨੂੰ ਪਤਾ ਨਹੀਂ ਲੱਗਿਆ। ਔਰ ਇਹ ਉਲਾਂਭਾ ਪੜ੍ਹਿਆਂ ਲਿਖਿਆਂ ਤੇ ਵੀ ਆਏਗਾ। ਜਿਹੜੇ ਪੜ੍ਹ ਲਿਖ ਕੇ ਬੁਰਾਈ ਨੂੰ ਪਸਾਰਦੇ ਆ, ਜਿਹੜੇ ਪੜ੍ਹ ਲਿਖ ਕੇ ਬੁਰਾਈ ਦੇ ਗਾਹਕ ਰਹਿੰਦੇ ਆ, ਜਿਹੜੇ ਪੜ੍ਹ ਲਿਖ ਕੇ ਜਾਤ ਪਾਤ ਵਿੱਚ ਵਿਸ਼ਵਾਸ ਰੱਖਦੇ ਆ, ਵਹਿਮਾਂ ਭਰਮਾਂ 'ਚ ਵਿਸ਼ਵਾਸ ਰੱਖਦੇ ਆ, ਜਿਹੜੇ ਪੜ੍ਹ ਲਿਖ ਕੇ ਔਗਣਾਂ ਨੂੰ ਗਲ ਲਾ ਕੇ ਰੱਖਦੇ ਆ, ਸੱਚ ਜਾਣੋ ਉਹ ਤਰਸ ਦੇ ਪਾਤਰ ਨਹੀਂ, ਉਲਾਂਭਿਆਂ ਦੇ ਪਾਤਰ ਆ। ਜਿਹੜੇ ਪੜ੍ਹ ਲਿਖ ਕੇ ਇਹਨਾਂ ਝਗੜਿਆਂ ਨੂੰ ਛੱਡ ਦੇਣ, ਇਹਨਾਂ ਵਿਵਾਦਾਂ ਨੂੰ ਛੱਡ ਦੇਣ, ਇਹਨਾਂ ਬੁਰਾਈਆਂ ਨੂੰ, ਔਗਣਾਂ ਨੂੰ ਦੂਰ ਕਰ ਦੇਣ, ਪੜ੍ਹਿਆ ਤਾਂ ਉਹਨਾਂ ਦਾ ਹੀ ਪ੍ਰਵਾਨ ਹੈ। ਮੈਂ ਇੱਕ ਵਾਕ ਅਖੀਰ ਦੇ ਉੱਤੇ ਤੁਹਾਡੇ ਨਾਲ ਸਾਂਝਾ ਕਰਦਾ। ਸਤਿਗੁਰੂ ਜੀ ਨੇ ਬੁਰਾਈ ਤੇ ਚੱਲਣ ਵਾਲੇ, ਔਗਣਾਂ ਦੇ ਰਾਹ ਪਏ ਹੋਏ ਮਨੁੱਖ ਨੂੰ, ਭਾਵੇਂ ਉਹ ਪੜ੍ਹਿਆ ਆ, ਡਿਗਰੀਆਂ ਕੋਲ ਆ, ਗੁਰੂ ਸਾਹਿਬ ਨੇ ਉਹਨੂੰ ਚੰਗਾ ਨਹੀਂ ਜਾਣਿਆ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ
ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਪੜ੍ਹਾਈ ਕਰਨ ਨਾਲ ਹੰਕਾਰ ਨਹੀਂ ਆਉਣਾ ਚਾਹੀਦਾ ਸੀ। ਪੜ੍ਹਾਈ ਕਰਨ ਨਾਲ ਲਾਲਚ ਨਿਕਲਣਾ ਚਾਹੀਦਾ ਸੀ। ਪੜ੍ਹਾਈ ਕਰਨ ਨਾਲ ਤੁਹਾਡੇ ਅੰਦਰੋਂ ਔਗਣ ਘਟਣੇ ਚਾਹੀਦੇ ਸੀ। ਔਰ ਜੇ ਡਿਗਰੀਆਂ ਲੈ ਕੇ, ਪੜ੍ਹਾਈ ਕਰਕੇ, ਮਿਹਨਤ ਕਰਕੇ, ਪੈਸਾ ਖਰਚ ਕੇ ਤੁਸੀਂ ਬੁਰਾਈ ਹੀ ਵਧਾਈ ਹੈ, ਬੁਰਾਈ ਨੂੰ ਹੀ ਗਲ ਲਾਇਆ ਹੈ, ਔਗਣਾਂ ਨੂੰ ਹੀ ਗਲ ਲਾਇਆ ਹੈ, ਤੇ ਫਿਰ ਸਤਿਗੁਰੂ ਜੀ ਦਾ ਵਾਕ ਉਹ ਥਾਂ ਨਹੀਂ ਹੈ, ਉਹ ਸਾਡੇ ਤੇ ਢੁੱਕ ਜਾਏਗਾ। ਪੜ੍ਹਿਆ ਮੂਰਖ ਆਖੀਐ, ਇਹ ਸਭ ਤੋਂ ਵੱਡਾ ਮੂਰਖਾਂ ਚੋਂ ਮੂਰਖ ਆ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਜਿਹਨੂੰ ਲਾਲਚ ਹੈ, ਲੱਭ ਲੋਭ ਹੈ, ਜਿਸ ਨੂੰ ਅਹੰਕਾਰ ਇਤਿਆਦਿਕ ਔਗਣ ਚਿੰਬੜੇ ਹੋਏ। ਇਹ ਪੜ੍ਹਿਆ ਥੋੜੀ ਹੈ ਤੇ ਮੂਰਖ ਆ। ਇਹਨੂੰ ਕੌਣ ਪੜ੍ਹਿਆ ਕਹਿੰਦਾ? ਆਸਾ ਕੀ ਬਾਤ ਚ ਲਿਖਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ, ਪੜ੍ਹਿਆ ਹੋਵੇ ਗੁਨਾਹਗਾਰ ਧੌਮੀ ਸਾਧ ਨਾ ਮਾਰੀਏ। ਅਨਪੜ੍ਹ ਨੂੰ ਤੁਸੀਂ ਕੀ ਉਲਾਂਭਾ ਦੇਣਾ ਚਾਹੁੰਦੇ ਹੋ? ਜੇ ਪੜ੍ਹਿਆ ਹੋਇਆ ਗੁਨਾਹ ਕਰ ਰਿਹਾ ਹੈ, ਗਲਤੀ ਕਰ ਰਿਹਾ ਹੈ, ਪੜ੍ਹਿਆ ਹੋਇਆ ਕੁਰਾਏ ਪੈ ਰਿਹਾ ਹੈ, ਤੇ ਅਨਪੜ੍ਹ ਦੇ ਉੱਤੇ ਦੋਸ਼ ਕਾਹਦਾ? ਅਨਪੜ੍ਹ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਜੇ ਪੜ੍ਹਿਆ ਗੁਨਾਹ ਕਰ ਰਿਹਾ। ਤੋ ਅਸੀਂ ਜਿੱਥੇ ਸਕੂਲਾਂ ਦੀ ਚੰਗੀ ਪੜ੍ਹਾਈ ਕਰ ਰਹੇ ਹਾਂ, ਐਜੂਕੇਸ਼ਨ ਲੈ ਰਹੇ ਹਾਂ, ਚੰਗੀਆਂ ਟੀਚਰਾਂ ਕੋਲ ਪੜ੍ਹ ਰਹੇ ਹਾਂ, ਉੱਥੇ ਨਾਲ ਨਾਲ ਸਾਡੀ ਕਿਸਮਤ ਚੰਗੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਪੜ੍ਹਨ ਦਾ, ਸੁਣਨ ਦਾ, ਸਮਝਣ ਦਾ ਨਾਲ ਨਾਲ ਉਪਰਾਲਾ ਕਰ ਰਹੇ ਹਾਂ। ਔਰ ਸਕੂਲੀ ਪੜ੍ਹਾਈ ਦੇ ਨਾਲ ਨਾਲ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼, ਗੁਰੂ ਗ੍ਰੰਥ ਸਾਹਿਬ ਜੀ ਵਾਲੀ ਸਮਝ ਸਮੇਂ ਚੋਂ ਸਮਾਂ ਕੱਢ ਕੇ ਮਿਲਦੀ ਆ, ਤਾਂ ਭਾਈ ਸਾਡੇ ਲਈ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ। ਸਾਨੂੰ ਤਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਜਿੱਥੇ ਅਸੀਂ ਦੁਨਿਆਵੀ ਪੜ੍ਹਾਈ ਸਕੂਲਾਂ ਵਿੱਚ ਜਾ ਕੇ ਕਰ ਰਹੇ ਹਾਂ, ਉੱਥੇ ਨਾਲ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਮਿਲ ਰਹੀ ਆ। ਔਰ ਸਾਨੂੰ ਇਸ ਗੱਲ ਦੇ ਉੱਤੇ ਪੂਰਾ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਪੜ੍ਹਾਈ ਲਿਖਾਈ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਉਪਦੇਸ਼ ਨੂੰ ਆਪਣੇ ਜੀਵਨ 'ਚ ਕਮਾ ਕੇ ਤਾਂ ਅਸੀਂ ਉਹ ਕੋਸ਼ਿਸ਼ ਕਰਾਂਗੇ ਜੋ ਗੁਰੂ ਸਾਹਿਬ ਸਾਡੇ ਕੋਲੋਂ ਚਾਹੁੰਦੇ ਆ, ਜੋ ਗੁਰੂ ਸਾਹਿਬ ਨੇ ਸਾਡੇ ਲਈ ਸਿਰਜਿਆ ਸੀਗਾ, ਅਸੀਂ ਉਹੀ ਗਾਂ ਅੱਗੇ ਸਮਾਜ ਲਈ ਸਿਰਜਣ ਦਾ ਸਾਰੇ ਯਤਨ ਕਰਾਂਗੇ। ਔਰ ਤਾਂ ਹੀ ਸਾਡਾ ਇਹ ਸਾਰਾ ਕੁਝ ਪੜ੍ਹਿਆ, ਸੁਣਿਆ, ਸਮਝਿਆ ਪ੍ਰਵਾਨ ਹੋਏਗਾ, ਸਫਲ ਹੋਏਗਾ ਜੇ ਅਸੀਂ ਸਾਰੇ ਇਸ ਨੂੰ ਮੰਨੀਏ, ਪ੍ਰਵਾਨ ਕਰੀਏ, ਹੋਰ ਪੜ੍ਹੀਏ, ਹੋਰ ਵਿਚਾਰੀਏ, ਤਾਂ ਹੀ ਇਹਦੇ ਚੋਂ ਕੁਝ ਨਾ ਕੁਝ ਜਿਹੜਾ ਆ ਉਹ ਚੰਗਾ ਪੈਦਾ ਹੋਏਗਾ। ਔਰ ਜਦੋਂ ਚੰਗਿਆਈ ਪੈਦਾ ਹੁੰਦੀ ਆ, ਚੰਗਿਆਈ ਪੈਦਾ ਹੁੰਦੀ ਆ ਤਾਂ ਉਹਦੇ ਨਾਲ ਸਮਾਜ ਜਿਹੜਾ ਉਹ ਤਰੱਕੀ ਕਰਦਾ ਆ, ਲੋਕ ਤਰੱਕੀ ਕਰਦੇ ਨੇ, ਲੋਕ ਖੁਸ਼ਹਾਲ ਰਹਿੰਦੇ ਨੇ, ਲੜਾਈ ਝਗੜੇ ਘਟਦੇ ਨੇ। ਔਰ ਬੁਰਾਈਆਂ ਜਦੋਂ ਬਾਹਰ ਹੁੰਦੀਆਂ ਨੇ ਤਾਂ ਸਮਾਜ ਜਿਹੜਾ ਆ ਉਹ ਫਿਰ ਆਪਣੇ ਚੰਗੇ ਕੰਮਾਂ ਲਈ ਅੱਗੇ ਲੱਗ ਕੇ ਹੋਰ ਜ਼ੋਰ ਲਾਉਂਦਾ ਆ। ਤਾਂ ਸਾਡਾ ਸਾਰਿਆਂ ਦਾ ਹੀ ਇਹ ਫਰਜ਼ ਬਣਦਾ ਆ ਕਿ ਜੇ ਸਾਨੂੰ ਇਹ ਮੌਕਾ ਮਿਲ ਰਿਹਾ ਤਾਂ ਆਪਾਂ ਵੱਧ ਤੋਂ ਵੱਧ ਇਸ ਗੱਲ ਦਾ ਜਿਹੜਾ ਉਹ ਫਾਇਦਾ ਲੈਣਾ ਆ। ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਨਹੀਂ ਕਰਨਾ ਚਾਹੀਦਾ। ਕਾਹੂ ਸਿਉ ਬਾਦ ਵਿਵਾਦ, ਝਗੜਾ ਕਿਸੇ ਨਾਲ ਨਹੀਂ ਕਰਨਾ ਚਾਹੀਦਾ। ਝਗੜਾ ਕੀ ਆ? ਲਾਲਚ, ਬੁਰਾਈ, ਔਗਣ, ਝੂਠ, ਚੋਰੀ, ਨਸ਼ੇ, ਜਾਤ ਪਾਤ, ਵਹਿਮ ਭਰਮ, ਇਹ ਸਾਰੇ ਝਗੜੇ ਹੀ ਆ, ਇਹ ਨਹੀਂ ਕਰਨੇ ਚਾਹੀਦੇ। ਸਾਨੂੰ ਦ੍ਰਿੜ ਤਰੀਕੇ ਦੇ ਨਾਲ, ਪੂਰਨ ਵਿਸ਼ਵਾਸ ਨਾਲ, ਗੁਰੂ ਦੇ ਆਖੇ ਲੱਗ ਕੇ ਸਾਨੂੰ ਇਹਨਾਂ ਗੱਲਾਂ ਚੋਂ ਬਾਹਰ ਨਿਕਲਣਾ ਚਾਹੀਦਾ ਹੈ, ਉੱਚਾ ਉੱਠਣਾ ਚਾਹੀਦਾ ਹੈ, ਆਪਣੀ ਸੋਚ ਨੂੰ ਉੱਚਾ ਰੱਖਣਾ ਚਾਹੀਦਾ ਹੈ। ਕੀ ਕਰਨਾ ਚਾਹੀਦਾ ਹੈ? ਸੇਵਾ। ਸਾਨੂੰ ਕੀ ਕਰਨਾ ਚਾਹੀਦਾ ਹੈ? ਇੱਕ ਦੂਜੇ ਦੀ ਮਦਦ। ਕੀ ਕਰਨਾ ਚਾਹੀਦਾ ਹੈ?
ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ। ਵੰਡ ਛਕਣ ਵਾਲੀ ਗੱਲ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਉਹ ਵੰਡ ਛਕਣਾ ਇਕੱਲਾ ਲੰਗਰ ਹੀ ਵੰਡ ਛਕਣਾ ਨਹੀਂ ਹੁੰਦਾ। ਅਸੀਂ ਜੋ ਕੁਝ ਸਾਡੇ ਕੋਲ ਹੈ ਅਸੀਂ ਉਹ ਦੂਜਿਆਂ ਨਾਲ ਜਦੋਂ ਵੀ ਸਮਾਂ ਬਣੇ ਉਹ ਇੱਕ ਦੂਜੇ ਨਾਲ ਵੰਡਣਾ ਚਾਹੀਦਾ। ਭਾਵੇਂ ਤੁਹਾਡੇ ਕੋਲ ਉਹ ਸਕੂਲ ਦਾ ਗਿਆਨ ਆ, ਉਹ ਜਿਹੜੇ ਵਿਅਕਤੀਆਂ ਨੂੰ ਜਿਹੜੇ ਵਿਦਿਆਰਥੀਆਂ ਨੂੰ ਲੋੜ ਆ ਉਹਨਾਂ ਨੂੰ ਨਾਲ ਲੈ ਕੇ ਤੁਰਿਆ ਜਾ ਸਕਦਾ ਹੈ, ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ, ਉਹਨਾਂ ਨੂੰ ਵੰਡਿਆ ਜਾ ਸਕਦਾ ਹੈ। ਤਾਂ ਬੜੀਆਂ ਸਾਰੀਆਂ ਇੱਦਾਂ ਦੀਆਂ ਗੱਲਾਂ ਹੈ ਜਿਹੜੀਆਂ ਅਸੀਂ ਆਪਸ ਵਿੱਚ ਰਲ ਮਿਲ ਕੇ ਕਰ ਸਕਦੇ ਹਾਂ ਔਰ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲ ਸਕਦੇ ਹਾਂ। ਤਾਂ ਜਿੰਨਾ ਕੁ ਸਮਾਂ ਆਪਣਾ ਸੀਗਾ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਸਮੇਂ ਦੇ ਬਿਲਕੁਲ ਨੇੜੇ ਆ, ਸਮਾਪਤੀ ਵਾਲੇ ਪਾਸੇ ਆ। ਤਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਤੁਸੀਂ ਸਮਾਂ ਕੱਢਿਆ ਔਰ ਇਸ ਵਿਚਾਰ ਨੂੰ ਸ਼੍ਰਵਣ ਕੀਤਾ ਹੈ ਔਰ ਬਹੁਤ ਸਾਰੇ ਹੋਰ ਵੀਰਾਂ ਭੈਣਾਂ ਨੂੰ ਇਸ ਮਾਧਿਅਮ ਦੇ ਰਾਹੀਂ ਆਪ ਜੀ ਇੱਦਾਂ ਹੀ ਸ਼੍ਰਵਣ ਕਰਦੇ ਰਹਿੰਦੇ ਹੋ। ਤੁਹਾਡਾ ਸਾਰਿਆਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ, ਗਲਤੀਆਂ, ਵਾਦ ਘਾਟ ਜੋ ਤੁਹਾਨੂੰ ਨਜ਼ਰ ਆਈ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੈਂ ਆਪ ਜੀ ਪਾਸੋਂ ਖਿਮਾ ਮੰਗਦਾ ਹਾਂ। ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਦਾ। ਔਰ ਕਿੰਨੇ ਸੌਖੇ ਢੰਗ ਨਾਲ ਵੀਰ ਜੀ ਨੇ ਇਸ ਵਿਸ਼ੇ ਤੇ ਵਿਚਾਰ ਕੀਤੀ। ਵਾਦ ਵਿਵਾਦ ਕਾਹੂ ਸਿਓ ਨਾ ਕੀਜੈ। ਇਹ ਕੋਈ ਵੀ ਕਿੰਨੀ ਵੀ ਨਿੰਦਿਆ ਕਰੇ ਪਰ ਸਾਨੂੰ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ। ਪਰ ਜੀਵ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ। ਪਰ ਸਾਨੂੰ ਸਾਰਿਆਂ ਨੂੰ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ। ਅਸੀਂ ਸਾਰੇ, ਕਿਉਂਕਿ ਸਾਰੇ ਬੱਚੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਨਿਤਨੇਮ ਕਰਦੇ ਹਾਂ ਤੇ ਸਾਨੂੰ ਪੂਰੇ ਗੁਰੂ ਦੇ ਲੜ ਲਗਾਇਆ ਗਿਆ ਹੈ। ਇਸ ਕਰਕੇ ਆਪਣੇ ਆਪ ਵਿੱਚ ਔਗਣ ਛੱਡ ਕੇ ਸਾਨੂੰ ਆਪਣੇ ਆਪ ਦੇ ਵਿੱਚ ਗੁਣ ਪੈਦਾ ਕਰਨੇ ਚਾਹੀਦੇ ਹੈ। ਔਰ ਸਮਾਂ ਹੋ ਚੁੱਕਿਆ ਹੈ ਔਰ ਅਸੀਂ ਸਿਰਫ ਇੱਕ ਦੋ ਬੱਚਿਆਂ ਦੇ ਹੈਂਡ ਰੇਜ਼ ਲਵਾਂਗੇ। ਵੀਰ ਜੀ ਨੂੰ ਬੇਨਤੀ ਹੈ ਕਿ ਕਈ ਬੱਚਿਆਂ ਦੇ ਮਨਾਂ ਦੇ ਸਵਾਲ ਹੁੰਦੇ ਹੈ ਤੇ ਉਹ ਆਪ ਜੀ ਨੇ ਜ਼ਰੂਰ ਜਵਾਬ ਦੇਣਾ ਜੀ। ਸਿਰਫ ਇੱਕ ਦੋ ਬੱਚਿਆਂ ਦੇ ਹੈਂਡ ਰੇਜ਼ ਲਵਾਂਗੇ। ਬੇਨਤੀ ਕਰਾਂਗੇ ਕਿ ਬੱਚਿਆਂ ਦੇ ਹੈਂਡ ਰੇਜ਼ ਲਏ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਬੇਟਾ ਨਾ 3rd ਕਲਾਸ ਚ ਪੜ੍ਹਦਾ ਵੇ। ਜਦੋਂ ਸਟੱਡੀ ਕਰਦਾ ਉਹਨੂੰ ਗੁੱਸਾ ਬਹੁਤ ਆਉਂਦਾ ਵੇ ਪੜ੍ਹਾਈ ਤੋਂ। ਉਹਨੂੰ ਬੇਟੇ ਨੂੰ ਥੋੜਾ ਬਹੁਤ ਤੁਸੀਂ ਸਮਝਾ ਦਿਓ ਕਿ ਸਟੱਡੀ ਕਰਨ ਲੱਗੇ ਗੁੱਸਾ ਨਹੀਂ ਕਰਨਾ ਚਾਹੀਦਾ ਦਿਮਾਗ 'ਚ। ਹਾਂ ਦੇਖੋ ਜੀ, ਮੈਂ ਹੁਣ ਇੱਥੇ ਹਾਲ ਦੀ ਘੜੀ ਤਾਂ ਇੰਨਾ ਹੀ ਕਹਿ ਸਕਦਾ ਕਿ ਬੱਚੇ ਗੁੱਸਾ ਨਹੀਂ ਕਰਨਾ ਚਾਹੀਦਾ। ਪਰ ਤੁਸੀਂ ਵੀ ਦੇਖੋ ਕਿ ਅਸਲ ਦੇ ਵਿੱਚ ਜੇ ਬੱਚਾ ਗੁੱਸਾ ਕਰਦਾ ਆ ਤਾਂ ਕੋਈ ਕਾਰਨ ਹੋਏਗਾ, ਉਹਦੇ 'ਚ ਤੁਸੀਂ ਉਹ ਕਾਰਨ ਲੱਭਣ ਦੀ ਕੋਸ਼ਿਸ਼ ਕਰੋ। ਜਿੰਨੀ ਦੇਰ ਤੱਕ ਉਹ ਕਾਰਨ ਨਹੀਂ ਲੱਭਦੇ, ਇਕੱਲਾ ਸਿਰਫ ਇੰਨੀ ਗੱਲ ਨਹੀਂ ਗੀ ਵੀ ਪੜ੍ਹਾਈ ਅਸੀਂ ਕਹਿੰਦੇ ਆ ਤੇ ਉਹਨੂੰ ਪੜ੍ਹਨ ਨੂੰ ਜਦੋਂ ਕਹਿੰਦੇ ਆ ਉਦੋਂ ਗੁੱਸਾ ਕਰਦਾ ਆ। ਵਾਹਿਗੁਰੂ ਜੀ ਔਰ ਹੀ ਕਰਦਾ ਵੇ ਬਸ, ਹੋਰ ਕੋਈ ਕੰਮ ਕਰਨਾ ਆਪਾਂ ਕੁਛ ਨਹੀਂ। ਬਸ ਸਟੱਡੀ ਕਰਨ ਲੱਗੇ ਬੱਚਾ ਰੋਂਦਾ ਬਹੁਤ ਏ। ਜਦੋਂ ਸਟੱਡੀ ਆਪਾਂ ਕਰਨ ਨੂੰ ਕਹੀਏ ਬੱਚੇ ਨੂੰ ਰੋਣ ਲੱਗ ਪੈਂਦਾ ਹੈ। ਨਹੀਂ, ਉਹਦੇ ਦੇਖੋ ਸਾਨੂੰ ਸਮਝਣਾ ਪਏਗਾ ਕਿ ਅਜੇ ਤਾਂ ਛੋਟਾ ਆ, ਦੇਖੋ ਨਾ ਉਹਦੇ ਕਾਰਨ ਹੋਰ ਵੀ ਨਾਲ ਹੋ ਸਕਦੇ ਆ। ਕਿਉਂਕਿ ਕਈ ਵਾਰੀ ਨਾ ਉਹਦਾ ਕਾਰਨ ਕਿਤੇ ਹੋਰ ਪਿਆ ਹੁੰਦਾ ਆ, ਗੱਲਾਂ ਪਿੱਛੇ ਕੁਛ ਹੋਰ ਹੁੰਦੀਆਂ ਆ ਤੇ ਬੰਦਾ ਬਹਾਨਾ ਬਣਾ ਕੇ ਰੋਂਦਾ ਕਿਤੇ ਹੋਰ ਜਾ ਕੇ ਆ। ਹਾਂਜੀ, ਉਹਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰੋ, ਫਿਰ ਉਹਨੂੰ ਸਮਝਣ ਦੀ ਤੁਸੀਂ ਵੀ ਕੋਸ਼ਿਸ਼ ਕਰੋ ਵੀ ਉਹ ਚਾਹੁੰਦਾ ਕੀ ਆ, ਕੀ ਉਹ ਕਰਨਾ ਚਾਹੁੰਦਾ ਆ, ਕਿੱਦਾਂ ਦੀ ਉਹਦੀ ਰੁਚੀ ਆ, ਕੀ ਉਹ ਸੋਚਦਾ ਆ। ਉਸ ਤਰੀਕੇ ਨਾਲ ਉਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਮਸਲਾ ਹੱਲ ਹੋ ਸਕਦਾ ਆ। ਕਿਉਂਕਿ ਕਈ ਵਾਰੀ ਨਾ ਕਾਰਨ ਕਿਤੇ ਨਾ ਕਿਤੇ ਆਸੇ-ਪਾਸੇ ਕੋਈ ਹੋਰ ਵੀ ਹੁੰਦੇ ਆ, ਤਾਂ ਉਹਨਾਂ ਕਾਰਨ ਦੂਰ ਕਰਨ ਦੀ ਵੀ ਕੋਸ਼ਿਸ਼ ਕਰੋ। ਜੇ ਕੋਈ ਕਾਰਨ ਏਦਾਂ ਦਾ ਤੁਹਾਡੇ ਸਮਝ ਆ ਰਿਹਾ ਵੀ ਇੱਥੋਂ, ਤਾਂ ਜ਼ਰੂਰੀ ਨਹੀਂ ਕਈ ਵਾਰੀ ਬੱਚਾ ਮੰਨ ਲਓ ਰੋਂਦਾ ਆ, ਗੁੱਸਾ ਕਰਦਾ ਆ, ਉਹ ਬੇਸਮਝ ਵੀ ਆ। ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਏਦਾਂ ਦੇ ਹਾਲਾਤ ਵੀ ਬਣਦੇ ਆ ਤਾਂ ਉਹਨੂੰ ਕਿੱਦਾਂ ਅਸੀਂ ਹੈਂਡਲ ਕਰਨਾ ਆ, ਵੀ ਉਹਦਾ ਕੋਈ ਤਰੀਕਾ ਲੱਭਿਆ ਜਾ ਸਕਦਾ ਜਿੱਥੇ ਉਹਨੂੰ ਬਿਨਾਂ ਗੁੱਸੇ ਤੋਂ ਅਸੀਂ ਇਸ ਪਾਸੇ ਪ੍ਰੇਰਿਤ ਕਰ ਸਕੀਏ। ਕੋਈ ਉਹਦਾ ਤਰੀਕਾ ਤੁਸੀਂ ਆਪਣੇ ਆਲੇ ਦੁਆਲੇ ਚੋਂ, ਆਪਣੇ ਭੈਣ ਭਰਾਵਾਂ ਚੋਂ, ਨੇੜਿਓਂ ਕਿਤੇੋਂ ਲੱਭਣ ਦੀ ਕੋਸ਼ਿਸ਼ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਇਹ ਕਾਰਨ ਕਿਵੇਂ ਦੂਰ ਕੀਤਾ ਜਾ ਸਕਦਾ ਆ। ਪਿਆਰ ਨਾਲ ਕੁਝ ਖਵਾ ਕੇ ਉਹ, ਕਿਉਂਕਿ ਮਿੱਤਰਤਾਈ ਨਾਲ ਮਸਲਾ ਹੱਲ ਹੋਏਗਾ। ਜੇ ਤੁਸੀਂ ਵੀ ਨਾਲ ਬਰਾਬਰ ਤੇ ਗੁੱਸਾ ਕਰੋਗੇ ਤਾਂ ਉਹ ਮਸਲਾ ਹੱਲ ਨਹੀਂ ਹੋਏਗਾ, ਹੋਰ ਵਿਗੜੇਗਾ। ਵਾਹਿਗੁਰੂ ਜੀ, ਅਸੀਂ ਤਾਂ ਬਹੁਤ ਪਿਆਰ ਨਾਲ ਸਮਝਾਉਂਦੇ ਹਾਂ ਬੇਟੇ ਨੂੰ,
ਪਰ ਮੈਂ ਸ਼ੁਰੂ ਤੋਂ ਬਚਪਨ ਤੋਂ ਇਹਨੂੰ ਦੇਖਿਆ ਵੇ, ਪਤਾ ਨਹੀਂ ਕਿਉਂ ਇਹਨੂੰ ਸਟੱਡੀ ਜਦੋਂ ਪੜ੍ਹਨ ਦਾ ਨਾਂ ਲਈਏ ਪੜ੍ਹਨ ਤੋਂ ਪਹਿਲਾਂ ਹੀ ਰੋਣ ਲੱਗ ਪੈਂਦਾ, ਪਤਾ ਨਹੀਂ ਕੀ, ਕੁਝ ਸਮਝ ਨਹੀਂ ਆਉਂਦੀ ਇਹਦੀ। ਛੋਟਾ ਆ ਜੀ, ਹਟ ਜੂਗਾ ਸਹੀ ਸੇ ਜੀ। ਠੀਕ ਹੈ ਵਾਹਿਗੁਰੂ। ਸਿਆਣੇ ਜਿਹੜੇ ਮਨੋਵਿਗਿਆਨੀ ਹੈਗੇ ਆ, ਡਾਕਟਰ ਸਿਆਣੇ ਬਹੁਤ ਹੈਗੇ ਆ, ਉਹਨਾਂ ਦੀ ਵੀ ਸਲਾਹ ਲਈ ਜਾ ਸਕਦੀ ਆ। ਤਾਂ ਹੋਰ ਕੋਈ ਕਾਰਨ ਨਹੀਂਗਾ। ਕਈ ਵਾਰੀ ਹੁੰਦਾ ਹੈ ਕਿ ਕਿਸੇ ਕਾਰਨ ਕਰਕੇ ਕੋਈ ਸਰੀਰਕ ਦਿੱਕਤ ਵੀ ਹੋ ਸਕਦੀ ਆ, ਕਿ ਸੁਭਾਅ ਦੀ ਦਿੱਕਤ ਸਹਿਜੇ ਜਿਹੜੀ ਪਹਿਲਾਂ ਬਣੀ ਹੋਈ ਆ ਉਹ ਵਿਗੜਦੀ ਇੱਥੋਂ ਤੱਕ ਆ ਗਈ ਹੈ ਵਿਗੜ ਕੇ। ਤਾਂ ਕਈ ਗੱਲਾਂ ਹੋ ਸਕਦੀਆਂ, ਉਹਨੂੰ ਸਹਿਜੇ ਹੱਲ ਵੀ ਕੀਤਾ ਜਾ ਸਕਦਾ, ਬਹੁਤਾ ਮਸਲਾ ਨਹੀਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਸਵਾਲ ਇਹ ਸੀ ਕਿ ਝਗੜਾ ਕੀ ਹੈ, ਇਹਦਾ ਆਨਸਰ ਦੱਸੋ ਜੀ। ਹਾਂਜੀ, ਝਗੜਾ ਕੀ ਹੈ? ਝਗੜਾ ਜਿਹੜਾ ਹਰੇਕ ਮਨੁੱਖ ਨੇ ਆਪਣੇ ਵਿੱਚ ਜੀਵਨ 'ਚ ਔਗਣ ਧਾਰਨ ਕੀਤੇ ਆ, ਨਿੰਦਿਆ ਹੈ, ਚੁਗਲੀ ਹੈ, ਚੋਰੀ ਹੈ, ਠੱਗੀ ਹੈ, ਬੇਈਮਾਨੀ ਹੈ, ਇਹ ਸਾਰੇ ਝਗੜੇ ਹੀ ਆ। ਜਿਹੜੇ ਔਗਣ ਆ, ਬੁਰਾਈ ਆ, ਉਹ ਝਗੜਾ ਹੀ ਆ। ਕੋਈ ਵੀ ਔਗਣ ਧਾਰਨ ਕਰ ਲਓ, ਕੋਈ ਵੀ ਬੁਰਾਈ ਧਾਰਨ ਕਰ ਲਓ, ਉਹ ਝਗੜੇ ਦਾ ਹੀ ਕਾਰਨ ਹੈ। ਮੂਲ ਝਗੜੇ ਦਾ ਜਿਹੜਾ ਆ ਉਹ ਬੇਸ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਵਾਹਿਗੁਰੂ ਜੀ ਮੈਂ ਤਾਂ ਤੁਹਾਡਾ ਧੰਨਵਾਦ ਕਰਾਂਗਾ, ਤੁਸੀਂ ਬਹੁਤ ਹੀ ਸੋਹਣਾ ਅੱਜ ਟੌਪਿਕ ਟੱਚ ਕੀਤਾ ਤੇ ਉਹਨੂੰ ਬਹੁਤ ਹੀ ਬਰੀਫਲੀ ਸਮਝਾਇਆ ਸਾਨੂੰ ਸਾਰਿਆਂ ਨੂੰ। ਤੇ ਮੇਰਾ ਨਾ ਇੱਕ ਕੁਐਸਚਨ ਸੀ ਤੁਹਾਡੇ ਤੋਂ ਕਿ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਵੇਂ ਤੁਸੀਂ ਸੱਚ ਤੇ ਝੂਠ ਦੀ ਅੱਜ ਗੱਲ ਕੀਤੀ ਆ, ਤੇ ਆਪਾਂ ਦੇਖਦੇ ਹਾਂ ਕਿ ਝੂਠ ਦਾ ਜਿਹੜਾ ਪਦ ਹੁੰਦਾ ਨਾ ਉਹ ਜ਼ਿਆਦਾ ਉੱਚਾ ਦੇਖਿਆ ਜਾਂਦਾ, ਕਿ ਝੂਠ ਸੱਚ ਨੂੰ ਝੂਠਾ ਠਹਿਰਾ ਦਿੰਦਾ ਤੇ ਸੱਚ ਵਿਚਾਰਾ ਝੂਠਾ ਰਹਿ ਜਾਂਦਾ। ਉਹ ਕੰਪਲੈਕਸ ਕਰ ਦਿੰਦੇ ਆ ਤੇ ਵਿਚਾਰਾ ਸੱਚ ਝੂਠਾ ਹੀ ਦੱਬਿਆ ਰਹਿ ਜਾਂਦਾ। ਨਹੀਂ ਪਤਾ, ਏਦਾਂ ਆ ਕਿ ਇਹ ਠੀਕ ਆ ਵੀ ਕਈ ਵਾਰੀ ਹਾਲਾਤ ਏਦਾਂ ਦੇ ਬਣ ਜਾਂਦੇ ਆ, ਪਰ ਸਮਾਂ ਜਿਹੜਾ ਆ ਉਹ ਬਹੁਤ ਸਮਰੱਥ ਹੁੰਦਾ ਆ। ਇੱਕ ਵਾਰੀ ਮੰਨ ਲਓ ਕਿ ਝੂਠ ਨੂੰ ਸੱਚ ਮੰਨ ਲਿਆ ਗਿਆ, ਸੱਚ ਨੂੰ ਝੂਠ ਮੰਨ ਲਿਆ ਗਿਆ, ਹਨਾ, ਝੂਠ ਨੂੰ ਸੱਚ ਮੰਨ ਲਿਆ ਗਿਆ, ਉਲਟਾ ਹੋ ਗਿਆ। ਪਰ ਸਮਾਂ ਪੈਣ ਦੇ ਉੱਤੇ ਉਹ ਗੱਲ ਜਿਹੜੀ ਆ ਉਹ ਆਪਣੇ ਆਪ ਹੀ ਸਪਸ਼ਟ ਹੋਏਗੀ। ਸਮਾਂ ਉਹ ਉਸ ਚੀਜ਼ ਨੂੰ ਛੁਪਿਆ ਨਹੀਂ ਰਹਿਣ ਦੇਗਾ। ਇਹ ਠੀਕ ਹੈ ਕਿ ਹੋ ਸਕਦਾ ਹੈ ਉਸ ਵੇਲੇ ਅਸੀਂ ਉਹਨੂੰ ਨਾ ਵੀ ਵੇਖ ਰਹੇ ਹੋਈਏ, ਹੋ ਸਕਦਾ ਹੈ ਕਿ ਅਸੀਂ ਉਸ ਵਕਤ ਉਸ ਹਾਲਾਤ ਵਿੱਚ ਜਾਂ ਉਸ ਥਾਂ ਤੇ ਮੌਜੂਦ ਨਾ ਵੀ ਹੋਈਏ, ਪਰ ਸਮਾਂ ਜਿਹੜਾ ਆ ਉਹ ਫੈਸਲਾ ਜ਼ਰੂਰ ਕਰੇਗਾ। ਔਰ ਸਮਾਂ ਆਪਣੇ ਤਰੀਕੇ ਨਾਲ ਫੈਸਲਾ ਕਰਕੇ ਸਮਾਜ ਦੇ ਸਾਹਮਣੇ ਰੱਖ ਦਿੰਦਾ ਆ। ਔਰ ਝੂਠ ਨੇ ਹਮੇਸ਼ਾ ਝੂਠ ਹੀ ਰਹਿਣਾ ਆ, ਭਾਵੇਂ ਕਿਸੇ ਚਤੁਰਾਈ ਚਲਾਕੀ ਨਾਲ ਇੱਕ ਵਾਰੀ ਉਹ ਬਚ ਵੀ ਜਾਏ, ਪਰ ਫਿਰ ਵੀ ਆਖਰ ਸਮਾਂ ਪੈਣ ਦੇ ਉੱਤੇ ਉਹ ਝੂਠ ਸਾਬਤ ਜ਼ਰੂਰ ਹੋ ਜਾਏ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਦਾ। ਔਰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਭਾਈ ਸੁਖਵਿੰਦਰ ਸਿੰਘ ਜੀ ਦਾ ਅੱਜ ਦੇ ਕੈਂਪ 'ਚ ਹਾਜ਼ਰੀ ਭਰੀ। ਔਰ ਬਹੁਤ ਬਹੁਤ ਧੰਨਵਾਦ ਜੀ। ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਕਿਸੇ ਸਮੇਂ ਵੀ ਭਾਈ ਸਾਹਿਬ ਜੀ ਨੂੰ ਹਾਜ਼ਰੀ ਭਰਨ ਲਈ ਕਹਾਂਗੇ, ਉਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਨਗੇ। ਔਰ ਵੱਧ ਤੋਂ ਵੱਧ ਬੱਚੇ ਜਾਪ ਸੇਵਾ, ਕੀਰਤਨ ਸੇਵਾ ਇਹ 'ਚ ਆਪਣੀ ਹਾਜ਼ਰੀ ਲਵਾਉਣ ਲਈ ਆਪਣੇ ਵਾਈਸ ਜੀ ਨਾਲ ਸੰਪਰਕ ਕਰ ਸਕਦੇ ਆ ਜਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਆ। ਔਰ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਹਾਜ਼ਰੀ ਲਗਾ ਕੇ ਔਰ ਬੱਚੇ ਲੀਵ ਕਰ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਕੈਂਪ ਦੀ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।